ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਮੁਖ ਗਾਵੈ ਗੁਰਮੁਖ ਬੋਲੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਗੁਰਬਾਣੀ। ਰਾਮਕਲੀ ਮਹੱਲਾ ਪਹਿਲਾ। ਦੱਖਣੀ ਓੰਕਾਰ ਦੀ ਕਥਾ ਵਿਚਾਰ ਆਪ ਪਿਛਲੇ ਕੁਝ ਦਿਨਾਂ ਤੋਂ ਸਰਵਣ ਕਰ ਰਹੇ ਹੋ, ਜਿਸ ਦੀ ਕੱਲ 21ਵੀਂ ਪੌੜੀ ਤੇ ਵਿਸ਼ਰਾਮ ਕੀਤਾ ਸੀ। ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਇਸ 21ਵੀਂ ਪੌੜੀ ਦੇ ਵਿੱਚ ਗੁਰਮੁਖ ਪਦ ਆਇਆ ਸੀ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੇ ਚੱਲਣ ਵਾਲੇ ਆਦਰਸ਼ਕ ਪੁਰਖ ਦਾ ਨਾਮ ਹੀ ਗੁਰਮੁਖ ਹੈ। ਉਸ ਗੁਰਮੁਖ ਪਦ ਦੀ ਸਤਿਗੁਰੂ ਜੀ ਇਸ 22ਵੀਂ ਪੌੜੀ ਦੇ ਵਿੱਚ ਵਿਆਖਿਆ ਕਰਦੇ ਹੋਏ ਪਾਂਡੀ ਨੂੰ ਉਪਦੇਸ਼ ਦਿੰਦੇ ਨੇ ਕਿ ਸੁਣ ਭਾਈ ਗੁਰਮੁਖਾ, ਗੁਰਮੁਖ ਕੈਸਾ ਹੁੰਦਾ ਹੈ। ਗੁਰਮੁਖ ਦੇ ਲੱਛਣ ਤੈਨੂੰ ਕਰਕੇ ਦੱਸਦੇ ਸਮਝਾਉਂਦੇ ਹਾਂ। ਗੁਰਮੁਖ ਤੋਲ ਤੁਲਾਵੈ ਤੁਲੈ, ਗੁਰਮੁਖ ਗਾਵੈ ਗੁਰਮੁਖ ਬੋਲੈ। ਪਹਿਲਾ ਅਰਥ ਗੁਰਮੁਖ ਜਨ ਉਹ ਹੁੰਦਾ ਹੈ ਜੋ ਕੀਰਤਨ ਰੂਪ ਦੇ ਵਿੱਚ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹੈ, ਅਤੇ ਗੁਰਮੁਖ ਜਨ ਮੁਖ ਦੁਆਰਾ ਸੁਤੇ ਸਿੱਧ ਪਰਮੇਸ਼ਰ ਦੇ ਜਸ ਨੂੰ ਬੋਲਦਾ ਰਹਿੰਦਾ ਹੈ। ਆਪ ਸਿਫਤ ਸਲਾਹ ਕਰਦਾ ਰਹਿੰਦਾ ਹੈ ਅਤੇ ਹੋਰਨਾਂ ਦੇ ਤਾਈਂ ਬੋਲ ਕੇ ਕਥਾ ਵਾਰਤਾ ਦੁਆਰਾ ਉਪਦੇਸ਼ ਦਿੰਦਾ ਰਹਿੰਦਾ ਹੈ। ਗੁਰਮੁਖ ਤੋਲ ਤੁਲਾਵੈ ਤੁਲੈ, ਗੁਰਮੁਖ ਜਨ ਗੁਰ ਵਿਚਾਰ ਦੁਆਰਾ। ਤੋਲ ਦਾ ਅਰਥ ਹੈ ਵਿਚਾਰ। ਗੁਰ ਵਿਚਾਰ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਦਾ ਨਿਰਣਾ ਕਰਦਾ ਰਹਿੰਦਾ ਹੈ ਅਤੇ ਆਪਣੇ ਆਪ ਨੂੰ ਆਤਮ ਤੋਲੇ ਵਿਚਾਰ ਰੂਪੀ ਵਟਾ ਪਾ ਕੇ ਤੁਲਾਵੇ ਤਲਾਉਂਦਾ ਰਹਿੰਦਾ ਹੈ। ਇਸੇ ਪ੍ਰਕਾਰ ਗੁਰਮੁਖ ਤੋਲ ਤੁਲਾਵੈ ਤੁਲੈ, ਗੁਰਮੁਖ ਜਨ ਤੋਲ ਵਿਚਾਰ ਵਟੇ ਨਾਲ ਆਪਣਾ ਆਪ ਤੋਲਦਾ ਹੈ ਅਤੇ ਹੋਰਨਾਂ ਦੇ ਤਾਈਂ ਤੁਲਾਵੇ ਤਲਾਉਂਦਾ ਹੈ। ਭਾਵ ਅੱਗੋਂ ਆਪਾ ਤੋਲਣ ਦੀ ਜਾਚ ਹੋਰਨਾਂ ਨੂੰ ਸਿਖਾਉਂਦਾ ਹੈ। ਇਸੇ ਪ੍ਰਕਾਰ ਗੁਰਮੁਖ ਤੋਲ ਤੁਲਾਵੈ ਤੁਲੈ, ਗੁਰਮੁਖ ਜਨ ਦੇਹ ਦੀ ਹੰਤਾ ਨੂੰ ਮੇੜ ਕੇ ਆਤਮ ਵਿਚਾਰ ਰੂਪੀ ਤੋਲ ਵੱਟਾ ਪਾ ਕੇ ਇਹੀ ਵਿਚਾਰ ਨੂੰ ਵਿਚਾਰਦਾ ਰਹਿੰਦਾ ਹੈ ਕਿ ਉਹੀ ਪਰਮੇਸ਼ਰ ਸੱਚਿਤ ਆਨੰਦ ਸਰੂਪ ਹੈ, ਜਾਂ ਜੋ ਅਵਿਦਿਆ ਤੇ ਮਾਇਆ ਕਰਕੇ ਜੀਵ ਦੀ ਅਲਪਗਤਾ ਅਤੇ ਈਸ਼ਵਰ ਦੀ ਸਰਬਗਤਾ ਪ੍ਰਤੀਤ ਹੁੰਦੀ ਹੈ। ਇਸ ਨੂੰ ਗੁਰਮੁਖ ਜਨ ਮਹਾਵਾਗ ਰੂਪ ਵੱਟਾ ਪਾ ਕੇ ਜਾਂ ਵਾਚਰ ਦਾ ਤਿਆਗ ਕਰਕੇ ਲੱਖਰ ਦੀ ਵਿਚਾਰ ਨੂੰ ਵਿਚਾਰਦਾ ਹੈ। ਇਸ ਕਰਕੇ ਇੱਕੋ ਰੂਪ ਹੀ ਹੋ ਜਾਂਦਾ ਹੈ। ਇਸੇ ਪ੍ਰਕਾਰ ਗੁਰਮੁਖ ਗਾਵੈ ਗੁਰਮੁਖ ਬੋਲੈ। ਦੂਜਾ ਅਰਥ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਠੀ ਮੁਖੀ ਗੁਰੂ ਜੀ ਸਿੱਖ ਦੇ ਤਾਈਂ ਜੀਵਨ ਮੁਕਤੀ ਦੇਣ ਲਈ ਉਪਦੇਸ਼ ਗਾਉਂਦੇ ਹਨ ਅਤੇ ਮੁਖੀ ਗੁਰਾਂ ਦਾ ਗਾਇਆ ਹੋਇਆ ਉਪਦੇਸ਼ ਅਧਿਕਾਰੀ ਸਿੱਖ ਰਸਨਾ ਦੁਆਰਾ ਬੋਲ ਕੇ ਅਭਿਆਸ ਉਚਾਰਦੇ ਹਨ। ਗੁਰਮੁਖ ਤੋਲ ਤੁਲਾਵੈ ਤੁਲੈ, ਮੁਖੀ ਗੁਰਾਂ ਨਾਲ ਮਿਲ ਕੇ ਮਹਾਤਮਾ ਜਨ ਆਪਣੇ ਸਰੂਪ ਦੀ ਵਿਚਾਰ ਨੂੰ ਵਿਚਾਰਦੇ ਹਨ ਤੇ ਹੋਰਨਾਂ ਨੂੰ ਸਵੈ ਅਨੁਭਵ ਪ੍ਰਮਾਣ ਦੇ ਵਿੱਚ ਤੋਲ ਦਿੰਦੇ ਨੇ। ਭਾਵ ਜੀਵ ਈਸ਼ ਦੀ ਏਕਤਾ ਕਰਾ ਦਿੰਦੇ ਹਨ।
ਗੁਰਮੁਖਾ ਆਵੇ ਜਾਏ ਨ ਸੰਗ ਗੁਰਮੁਖ ਜਨ ਜੋ ਸੰਸਾਰ ਵਿੱਚ ਧਰਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ ਹੈ, ਭਾਵ ਜੰਮਣਾ ਮਰਨਾ ਹੈ, ਇਸ ਦੀ ਸ਼ੰਕਾ ਤੋਂ ਰਹਿਤ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰਮੁਖ ਆਵੈ ਜਾਏ ਨ ਸੰਗ ਗੁਰਮੁਖ ਜਨ ਦਾ ਅਗਿਆਨ ਦੀ ਨੇ ਸੰਗਤਾਂ ਵੱਲੋਂ ਨਿਰਹਿਤ ਹੋਣ ਕਰਕੇ ਆਉਣਾ ਤੇ ਜਾਣਾ ਮਿਟ ਗਿਆ ਹੈ। ਪਰ ਹਰ ਮੈਲ ਜਾਏ ਕਲੰਕ ਪਰ ਹਰ ਮੈਲ ਜਲਾਏ ਕਲੰਕ ਗੁਰਮੁਖ ਜਨ ਅਵਿਦਿਆ ਦੀ ਮਲੀਨਤਾ ਨੂੰ ਪਰ ਹਰਨ ਦੂਰ ਕਰ ਦਿੰਦਾ ਹੈ ਅਤੇ ਕਾਮ ਆਦਿਕ ਦੇ ਜਾਂ ਅਗਿਆਨ ਰੂਪ ਚਿੰਨ੍ਹ ਨੂੰ ਬ੍ਰਹਮ ਅਭਿਆਸ ਰੂਪ ਅਗਨੀ ਦੇ ਵਿੱਚ ਜਲਾਏ ਸਾੜ ਸੁੱਟਦਾ ਹੈ। ਗੁਰਮੁਖ ਨਾਦ ਵੇਦ ਵਿਚਾਰ ਗੁਰਾਂ ਦੁਆਰਾ ਗੁਰਮੁਖ ਬਣੇ ਹੋਏ ਪੁਰਖ ਦਾ ਜੋ ਉਪਦੇਸ਼ ਹੈ ਇਹੀ ਵੇਦੀ ਵਿਚਾਰ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਭਾਵ ਗੁਰਮੁਖਾਂ ਦੇ ਉਪਦੇਸ਼ ਵਿੱਚ ਹੀ ਸਾਰੇ ਵੇਦਾਂ ਦਾ ਸਿਧਾਂਤ ਆ ਜਾਂਦਾ। ਗੁਰਮੁਖ ਜਨ ਜੋ ਵੀ ਉਪਦੇਸ਼ ਦਿੰਦਾ ਉਹਦੇ ਵਿੱਚ ਹੀ ਸਾਰੇ ਵੇਦਾਂ ਦੀ ਵਿਚਾਰ ਤੇ ਤਤ ਸਿਧਾਂਤ ਦਾ ਨਿਰਣਾ ਆ ਜਾਂਦਾ ਹੈ। ਵੇਦਾਂ ਨੇ ਭਲਾ ਗੁਰਮੁਖ ਦੇ ਵਿਚਾਰ ਦੀ ਕੀ ਬਰਾਬਰੀ ਕਰ ਲੈਣੀ ਹੋਈ, ਕਿਉਂਕਿ ਤ੍ਰੈ ਗੁਣ ਵਿਸ਼ਿਆ ਵੇਦਾ ਤੇ ਚਤੁਰਥ ਗੁਣੋਂ ਭਵਾਰ ਜਨ ਜਿਹੜੇ ਵੇਦ ਨੇ ਉਹ ਤਾਂ ਤਿੰਨਾਂ ਗੁਣਾਂ ਨੂੰ ਵਿਸ਼ਿਆ ਕਰਦੇ ਨੇ, ਪਰ ਜਿਹੜੇ ਸੰਤ ਭਗਤ ਜਨ ਨੇ ਉਹ ਚੌਥੇ ਗੁਣ ਵਿੱਚ ਤੁਰੀਆ ਪਦ ਵਿੱਚ ਵਰਤਦੇ ਨੇ। ਸੰਤਾਂ ਦੀ ਵਿਚਾਰ ਤੁਰੀਆ ਵਾਲੀ ਹੋਣ ਕਰਕੇ ਵੇਦਾਂ ਨੇ ਭਲਾ ਕੀ ਮੁਕਾਬਲਾ ਕਰ ਲੈਣਾ ਹੋਇਆ। ਇਸੇ ਪ੍ਰਕਾਰ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਜਨ ਜੀਵਨ ਮੁਕਤੀ ਦੀ ਪ੍ਰਾਪਤੀ ਵਾਸਤੇ ਜਾਂ ਤਾਂ ਸ਼ਬਦ ਪੜ੍ਹਦਾ ਰਹਿੰਦਾ ਹੈ ਜਾਂ ਫਿਰ ਗਿਆਨ ਦੀ ਵਿਚਾਰ ਕਰਦਾ ਰਹਿੰਦਾ। ਵੇਦ ਅਰਥ ਹੈ ਗਿਆਨ, ਇਹੀ ਗੁਰਮੁਖ ਦਾ ਜੀਵਨ ਹੈ। ਕਹਿ ਸਰੂਪ ਧਿਆਨ ਲਾਵੇ, ਕਹਿ ਸਰੂਪ ਗੀਤ ਗਾਵੇ, ਕਹਿ ਸਰੂਪ ਧਿਆਨ ਲਾਵੇ। ਪੰਡਤ ਹਰਦਿਆਲ ਜੀ ਨੇ ਜੋ ਸਾਰ ਕੁਤਾਵਲੀ ਗ੍ਰੰਥ ਲਿਖਿਆ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੋ ਬ੍ਰਹਮ ਗਿਆਨੀ ਹੈ ਜਾਂ ਤਾਂ ਆਤਮਕ ਸਰੂਪ ਦੇ ਗੀਤ ਨੂੰ ਗਾਉਂਦਾ ਹੈ, ਭਾਵ ਆਤਮਾ ਦਾ ਜਸ ਕਰਦਾ ਹੈ। ਆਤਮਾ ਜੋ ਪ੍ਰਮਾਤਮਾ ਦਾ ਰੂਪ ਹੈ, ਗੁਰਬਾਣੀ ਦੇ ਦੁਆਰਾ ਉਹਦਾ ਜਸ ਕਰਦਾ, ਜਸ ਗਾਉਂਦਾ, ਤੇ ਜਾਂ ਅੰਤਰਾਤਮੇ ਸਰੂਪ ਦੇ ਵਿੱਚ ਸਮਾਧੀ ਲਾ ਕੇ ਬੈਠਾ ਰਹਿੰਦਾ ਹੈ। ਇਹ ਗੁਰਮੁਖ ਜਨ ਦਾ ਜੀਵਨ ਹੈ। ਇਸੇ ਪ੍ਰਕਾਰ ਗੁਰਮੁਖ ਨਾਦ ਵੇਦ ਵਿਚਾਰ ਜੋ ਗੁਰਮੁਖ ਜਨ ਵੇਦ ਗਿਆਨ ਦੀ ਵਿਚਾਰ ਕਰਦਾ ਹੈ, ਇਹੀ ਗੁਰਮੁਖ ਜਨ ਨੂੰ ਬ੍ਰਹਮ ਦੀ ਪ੍ਰਾਪਤੀ ਹੋਈ ਹੈ। ਇਸੇ ਪ੍ਰਕਾਰ ਗੁਰਮੁਖ ਨਾਦ ਵੇਦ ਵਿਚਾਰ ਜੋ ਨਾਦ ਬ੍ਰਹਮ ਹੈ ਉਸ ਵੇਦ ਗਿਆਨ ਸਰੂਪ ਦੀ ਵਿਚਾਰ ਸਖਿਆਤਤਾ ਗੁਰਮੁਖ ਜਨ ਨੂੰ ਹੋ ਜਾਂਦੀ ਹੈ। ਇਸੇ ਪ੍ਰਕਾਰ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਜਨ ਨੂੰ ਪਹਿਲਾ ਨਾਦ ਬ੍ਰਹਮ ਦੀ ਵਿਚਾਰ ਵਾਲਾ ਅਪਰੋਖ ਗਿਆਨ ਪ੍ਰਾਪਤ ਹੁੰਦਾ ਹੈ ਤੇ ਫਿਰ ਅਪਰੋਖ ਗਿਆਨ ਹੁੰਦਾ ਹੈ। ਗੁਰਮੁਖ ਮੱਜਨ ਚਾਚੇ ਅਚਾਰ ਗੁਰਮੁਖ ਜਨ ਦਾ ਇਹੀ ਮੱਜਨ ਪੁਰਬਾਂ ਦਾ ਇਸ਼ਨਾਨ ਹੈ ਜੋ ਚੱਜ ਭਲਾ ਆਚਾਰ ਕਾਰਜ ਕਰਨਾ ਹੈ, ਜਾਂ ਜੋ ਸ੍ਰੇਸ਼ਟਾਚਾਰ ਨਿਸ਼ਕਾਮ ਕਰਮਾਂ ਦਾ ਕਰਨਾ ਹੈ, ਜਾਂ ਜੋ ਗਿਆਨ ਦੇ ਚੱਜ ਢੰਗ ਦਾ ਸ੍ਰੇਸ਼ਟਾਚਾਰ ਕਰਨਾ ਹੈ। ਇਹੀ ਗੁਰਮੁਖ ਜਨ ਦਾ ਪੁਰਬਾਂ ਦਾ ਇਸ਼ਨਾਨ ਹੈ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਗੁਰਮੁਖ
ਜਨ ਦਾ ਜੋ ਸ਼ਬਦ ਉਪਦੇਸ਼ ਹੀ ਸਾਰ ਅਸਲੀ ਅੰਮ੍ਰਿਤ ਹੈ ਜਾਂ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ ਕੇ ਸਾਰ ਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਇਸੇ ਪ੍ਰਕਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ। ਜੋ ਪੁਰਖ ਗੁਰਮੁਖ ਜਨ ਦੇ ਉਪਦੇਸ਼ ਨੂੰ ਗ੍ਰਹਿਣ ਕਰਦਾ ਹੈ ਉਹ ਮ੍ਰਿਤੂ ਤੋਂ ਰਹਿਤ ਤੇ ਸਾਰ ਰੂਪ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਇਸੇ ਪ੍ਰਕਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ। ਗੁਰਮੁਖ ਜਨ ਤਾਂ ਸ਼ਬਦ ਬ੍ਰਹਮ ਦੇ ਅੰਮ੍ਰਿਤ ਨਾਮ ਨੂੰ ਹੀ ਸਾਰ ਗ੍ਰਹਿਣ ਕਰਦਾ ਹੈ। ਨਾਨਕ ਗੁਰਮੁਖ ਪਾਵੈ ਪਾਰ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖ ਜਨ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਪਾਉਂਦਾ ਹੈ, ਭਾਵ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਂਦਾ ਹੈ ਅਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਨਾਮ ਰੂਪ ਜਹਾਜ਼ ਤੇ ਚੜ੍ਹਾ ਕੇ ਸੰਸਾਰ ਸਮੁੰਦਰ ਤੋਂ ਪਾਰ ਪਾਉਂਦਾ, ਭਾਵ ਮੁਕਤ ਰੂਪ ਕਿਨਾਰੇ ਤੇ ਪਹੁੰਚਾਉਂਦਾ ਹੈ। ਚੰਚਲ ਜੀਤ ਨ ਰਹੀ ਠਾਏ। ਪੰਡਤ ਨੇ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ ਮੇਰੇ ਚਿੱਤ ਵਿੱਚ ਇਕਾਗਰਤਾ ਕਿਉਂ ਨਹੀਂ ਰਹਿੰਦੀ ਤੇ ਮੈਨੂੰ ਨਾਮ ਦਾ ਰਸ ਕਿਉਂ ਨਹੀਂ ਆਉਂਦਾ? ਤਾਂ ਮਹਾਰਾਜ ਫਰਮਾਉਂਦੇ, ਇਹ ਪਾਂਡੇ, ਇਹ ਜਿਹੜਾ ਚਿੱਤ ਹੈ ਵਿਸ਼ਿਆਂ ਦੀ ਸੰਗਤ ਕਰਕੇ ਹਰ ਵਕਤ ਚੰਚਲਤਾਈ ਵਿੱਚ ਹੀ ਰਹਿੰਦਾ ਹੈ, ਕਿਉਂਕਿ ਸੋਚ ਤਾਂ ਇੱਕੋ ਹੀ ਮਨ ਵਿੱਚ ਚੱਲਣੀ ਹੈ, ਜਾਂ ਤਾਂ ਵਿਸ਼ੇ ਵਾਲੀ ਸੋਚ ਕਰ ਲਈਏ ਜਾਂ ਫਿਰ ਨਾਮ ਦਾ ਰਸ ਲੈ ਲਈਏ। ਜਿਹੜਾ ਬੁਰੇ ਪਾਸੇ ਸੋਚਦਾ ਹੈ ਉਹਨੂੰ ਨਾਮ ਦਾ ਰਸ ਕਿੱਥੋਂ ਆਉਣਾ ਹੈ? ਸੋਚ ਤਾਂ ਸਾਡੀ ਵਿਸ਼ਿਆਂ ਦੀ ਚੱਲ ਰਹੀ ਹੈ ਤੇ ਉਹਦੇ ਵਿੱਚ ਹੀ ਧਿਆਨ ਹੈ। ਵਿਸ਼ਿਆਂ ਦੀ ਸੰਗਤ ਹੀ ਹਮੇਸ਼ਾ ਕਰਦੇ ਰਹਿੰਦੇ ਹਾਂ, ਇਸ ਕਰਕੇ ਸਾਧ ਸੰਗਤ ਦਾ ਅਸਰ ਘੱਟ ਹੁੰਦਾ। 24 ਘੰਟਿਆਂ ਦੇ ਵਿੱਚੋਂ ਜੇ 22 ਘੰਟੇ ਬੁਰੇ ਪਾਸੇ ਸੋਚਦੇ ਰਹੇ ਤੇ ਵਿਕਾਰਾਂ ਦੀ ਸੰਗਤ ਕਰਦੇ ਰਹੇ, ਜੇ 2 ਘੰਟੇ ਸੰਗਤ 'ਚ ਆ ਵੀ ਗਏ ਉਹਦਾ ਰਸ ਥੋੜ੍ਹਾ ਹੋਣਾ ਹੈ, ਟਾਈਮ ਦਾ ਸਫ਼ਰ ਹੋ ਜਾਂਦਾ। ਇਸ ਕਰਕੇ ਸਾਧ ਸੰਗਤ ਦੁਆਰਾ ਨਾਮ ਰੂਪੀ, ਅੰਤਰਮੁਖ ਰੂਪੀ ਜਾਂ ਤੁਰਿਆ ਪਦ ਰੂਪੀ ਜਾਂ ਸ਼ਰਧਾ ਭਾਵਨਾ ਰੂਪੀ ਜਾਂ ਸਰੂਪਾਨੰਦ ਰੂਪੀ ਥਾਂ ਦੇ ਵਿੱਚ ਅਸਥਿਤ ਨਹੀਂ ਰਹਿੰਦਾ ਹੈ। ਜਾਂ ਮਹਾਰਾਜ ਫਰਮਾਉਂਦੇ ਨੇ, ਚੰਚਲ ਚੇਤਾ ਨ ਰਹੀ ਠਾਏ। ਜਿਹੜਾ ਚੰਚਲ ਚਿੱਤ ਹੈ ਗੁਰੂ ਸਾਹਿਬ ਜੀ ਦੇ ਸ਼ਬਦ ਰੂਪੀ ਥਾਂ ਦੇ ਵਿੱਚ ਸਥਿਤ ਨਹੀਂ ਰਹਿੰਦਾ, ਉਹ ਚਿੱਤ ਸ਼ਬਦ ਵਿੱਚ ਨਾ ਟਿਕਣੇ ਕਰਕੇ ਫਿਰ ਸਦਾ ਹੀ ਚੰਚਲ ਰਹਿੰਦਾ ਹੈ। ਚੰਚਲ ਮਨ ਵਾਲਾ ਕਦੀ ਰੱਬ ਨੂੰ ਪਾ ਨਹੀਂ ਸਕਦਾ। ਜੇ ਮਨ 'ਚ ਵਿਰਾਗ ਹੀ ਨਹੀਂ ਆਇਆ, ਬੰਦਾ ਬਾਂਦਰ ਟਪੂਸਨੀਆਂ ਮਾਰਦਾ ਰਿਹਾ, ਟਿਕ ਕੇ ਬੈਠਾ ਹੀ ਨਹੀਂ। ਜੇ ਬੈਠ ਗਿਆ ਤਾਂ ਮਨ ਨੂੰ ਟਿਕਾਣੇ ਨਹੀਂ ਲਾਇਆ, ਤਾਂ ਫਿਰ ਦੱਸੋ ਰੱਬ ਨੂੰ ਕਿੱਥੋਂ ਪਾ ਲਏਗਾ ਜੇ ਟਿਕੇ ਨਹੀਂ ਬੈਠਾ ਹੈ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜੇ ਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ ਠਕੋਲੀ ਪਾਈਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ, ਕਹੈ ਨਾਨਕ ਮਨ ਚੰਚਲ ਸੋ ਚਤੁਰਾਈ ਕਨੇ ਨਾ ਪਾਇਆ। ਸੋ ਇਸ ਲਈ ਇਹ ਜਿਹੜਾ ਚੰਚਲ ਮਨ ਹੈ ਆਪਦੀਆਂ ਚਤੁਰਾਈਆਂ ਕਰਦਾ, ਪਰ ਪਰਮਾਤਮਾ ਚੰਚਲਤਾਈ ਨਾਲ ਨਹੀਂ ਪਾਇਆ ਜਾ ਸਕਦਾ ਹੈ। ਚੋਰੀ ਮਿਰਗ ਅੰਗੂਰੀ ਖਾਏ। ਚੋਰੀ ਚੋਰੀ ਅੰਤःਕਰਨ ਰੂਪੀ ਖੇਤ ਦੇ ਵਿੱਚੋਂ ਕਾਮ ਕ੍ਰੋਧ ਆਦਿਕ ਵਿਕਾਰ ਰੂਪੀ ਹਰਨ ਸ਼ੁਭ ਗੁਣਾ ਰੂਪੀ ਹਰੀ ਖੇਤੀ ਨੂੰ ਖਾ ਜਾਂਦੇ ਨੇ। ਜਾਂ ਇਸੇ ਪ੍ਰਕਾਰ ਚੋਰੀ ਮਿਰਗਾਂ ਅੰਗੂਰੀ ਖਾਏ। ਮਨ ਸਾਡਾ ਹਰਨ ਦੀ ਤਰ੍ਹਾਂ ਵਿਸ਼ਿਆਂ ਰੂਪੀ ਅੰਗੂਰੀ ਨੂੰ ਚੋਰੀਆਂ ਲੁਕ ਲੁਕ ਕੇ ਖਾਂਦਾ ਹੈ। ਬਾਹਰੋਂ ਤਾਂ
ਬਗਲਾ ਭਗਤ ਬਣ ਕੇ ਰਹਿੰਦਾ ਹੈ ਕਿ ਮੇਰੇ ਵਰਗਾ ਕੋਈ ਚੰਗਾ ਇਨਸਾਨ ਹੀ ਨਹੀਂ, ਪਰ ਮਨ ਕਾਲਖ ਨਾਲ ਭਰਿਆ ਹੋਇਆ ਹੈ। ਚਿੱਟੇ ਜਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਤਿੰਨ ਮੁਖ ਨਾਮ ਨਾ ਉਪਜੈ ਤੇ ਦੁਬਦਾ ਵਿਆਪੈ ਚੋਰ ਜੀਓ। ਮਨ ਦੁਬਦਾ ਦੇ ਵਿੱਚ ਚੋਰੀ ਚੋਰੀ, ਕੱਪੜੇ ਤਾਂ ਚਿੱਟੇ ਨੇ, ਗਾ ਸਾਢੇ ਤੇ ਤੋਤੀਆਂ ਤੇਰੇ ਪਾਣ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ। ਕੋਈ ਹਰ ਕੇ ਸੰਤ ਨਾ ਆਖੀਐ, ਬਾ ਨਾਰਸ ਕੇ ਠੱਗ, ਲਿਬਾਸ ਸੰਤਾ ਵਾਲਾ ਹੈ ਤੇ ਵਸਤਰ ਧਾਰਮਿਕ ਚਿੱਟੇ ਕੱਪੜੇ ਨੇ ਤੇ ਪਰ ਜਿਹੜਾ ਮਨ ਹੈ ਇਹਨੂੰ ਵਿਸ਼ਿਆਂ ਦੀ ਕਾਲਖ ਲੱਗੀ ਹੋਈ ਹੈ। ਚੋਰੀ ਚੋਰੀ ਮਨ ਰੂਪੀ ਹਰਨ, ਵਿਸ਼ਿਆ ਰੂਪੀ ਹਰੀ ਅੰਗੂਰੀ ਕਦਹ ਚਰੈ। ਮਹਾਰਾਜ ਨੇ ਗਧਾ ਵੀ ਇਹਨੂੰ ਆਖਿਆ ਹੈ। ਇਹ ਗਧਾ ਹਰੀ ਹਰੀ ਅੰਗੂਰੀ ਨੂੰ ਲੋਕੀ ਖਾਂਦਾ, ਲੋਕੀ ਚਰਦਾ ਹੈ। ਚਰਨ ਕਮਲ ਔਰ ਧਾਰੇ ਚੀਤਾ। ਸਤਿਗੁਰੂ ਜੀ ਚੇਤਾ ਚੱਲ ਕਿਵੇਂ ਹੁੰਦਾ ਹੈ, ਸ਼ੁਭ ਗੁਣਾ ਰੂਪੀ ਹਰੀ ਖੇਤੀ ਦੀ ਰੱਖਿਆ ਕਿਵੇਂ ਹੁੰਦੀ ਹੈ। ਕਿਉਂਕਿ ਤੁਸਾਂ ਨੇ ਦੱਸਿਆ ਕਿ ਕਾਮ ਆਦਿਕ ਜਿਹੜੇ ਵਿਕਾਰ ਨੇ ਇਹ ਹਰਨਾਂ ਦੀ ਤਰ੍ਹਾਂ ਸ਼ੁਭ ਗੁਣਾ ਰੂਪੀ ਖੇਤੀ ਨੂੰ ਅੰਤःਕਰਨ ਵਿੱਚੋਂ ਖਾਈ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਹੇ ਭਾਈ, ਚਰਨ ਕਮਲ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਔਰ ਧਾਰੇ ਜੀ ਆਪਦੇ ਹਿਰਦੇ ਦੇ ਔਰ ਅੰਦਰ ਧਾਰਨਾ ਕਰੇ, ਜਾਂ ਚਰਨ ਕਮਲਾਂ ਦਾ ਹਰ ਵਕਤ ਹਿਰਦੇ ਵਿੱਚ ਚਿੰਤਨ ਕਰੇ। ਚਿਰ ਜੀਵਨ ਚੇਤਨ ਨਿਤ ਨੀਤਾ। ਨਿਤ ਪ੍ਰਤੀ ਜੋ ਚਿਰੰਜੀਵੀ ਚੇਤਨ ਬ੍ਰਹਮ ਹੈ ਉਹ ਪ੍ਰਾਪਤ ਹੋ ਜਾਂਦਾ ਹੈ, ਜਾਂ ਫਿਰ ਚਿਰੰਜੀਵੀ ਹੋ ਜਾਈਦਾ ਹੈ। ਕਿਉਂਕਿ ਨਿਤਾ ਪ੍ਰਤੀ ਸਦੀਵ ਰਹਿਣ ਵਾਲੇ ਚੇਤਨ ਸਰੂਪ ਪਰਮੇਸ਼ਰ ਦਾ ਰੂਪ ਹੀ ਹੋ ਜਾਈਦਾ ਹੈ। ਇਸੇ ਪ੍ਰਕਾਰ ਚਿਰ ਜੀਵਨ ਚੇਤਨ ਨਿਤ ਨੀਤਾ। ਜੋ ਚਿਰੰਜੀਵੀ ਤੇ ਸਦਾ ਸਦਾ ਸਭ ਦਾ ਜੀਵਨ ਉਹ ਪਰਮੇਸ਼ਰ ਹੈ, ਉਸ ਨੂੰ ਚੇਤਨਾ ਸਿਮਰਨਾ ਕਰੇ, ਜਾਂ ਨਿਤ ਰੂਪ ਚੇਤਨ ਬ੍ਰਹਮ ਨੂੰ ਹਮੇਸ਼ਾ ਸਿਮਰਨਾ ਕਰੇ, ਤਦ ਚਿਰੰਜੀਵੀ ਹੋ ਜਾਈਦਾ ਹੈ। ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਈਦਾ ਅਤੇ ਚਿੱਤ ਅਚਲ ਹੋ ਜਾਂਦਾ ਤੇ ਸ਼ੁਭ ਗੁਣਾ ਰੂਪੀ ਹਰੀ ਖੇਤੀ ਦੀ ਰੱਖਿਆ ਵੀ ਹੋ ਜਾਂਦੀ ਹੈ। ਚਿੰਤਤ ਹੀ ਦੀਸੈ ਸਭ ਕੋਏ। ਇਹ ਭਾਈ ਸਭ ਕੋਈ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਚਿੰਤਾ ਤੁਰ ਹੀ ਦਿਖਦੇ ਹਨ। ਚਿੰਤਾ ਚਿਖਾ ਬਰਾਬਰੀ ਹੈ। ਪਦਾਰਥਾਂ ਦੀ ਪ੍ਰਾਪਤੀ ਦਾ ਸਾਰੇ ਚਿੰਤਨ ਕਰਦੇ ਦਿਖਦੇ ਨੇ। ਬੰਦਾ ਇਕੱਲਾ ਬੈਠਾ ਹੋਊਗਾ, ਆਪਣੇ ਆਪ ਹੀ ਹੱਸੀ ਜਾਊਗਾ, ਆਪਣੇ ਆਪ ਹੀ ਕਈ ਵਾਰ ਰੋਈ ਜਾਊਗਾ, ਆਪਣੇ ਆਪ ਹੀ ਕਈ ਵਾਰ ਬੋਲੀ ਜਾਊਗਾ। ਇੰਨੀ ਚਿੰਤਾ ਪ੍ਰਬਲ ਹੈ ਤੇ ਕਈਆਂ ਨੂੰ ਚਿੰਤਾ ਦੇ ਵਿੱਚ ਉਹ ਕੌਮਾਂ 'ਚ ਹੀ ਚਲੇ ਜਾਂਦੇ ਨੇ, ਬੇਹੋਸ਼ ਹੀ ਹੋ ਜਾਂਦੇ ਨੇ, ਜਾਂ ਕਈ ਸਰੀਰ ਹੀ ਛੱਡ ਜਾਂਦੇ ਨੇ। ਇੰਨੀ ਚਿੰਤਾ ਦਾ ਦੁੱਖ ਬੁਰਾ ਹੈ। ਚੰਗਾ ਭਲਾ ਮਨੁੱਖ ਅਖੇ ਜੀ ਤਾਂ ਪੀਣ ਲੱਗ ਪਏ, ਸਾਨੂੰ ਨੀਂਦਰ ਨਹੀਂ ਸੀ ਆਉਂਦੀ, ਤੋ ਕਈ ਨਸ਼ਿਆਂ ਦੀ ਆਦੀ ਹੋ ਜਾਂਦੇ, ਕਈ ਘਰ-ਬਾਰ ਛੱਡ ਬੈਠਦੇ, ਸਭ ਕੁਛ ਹੀ ਉਜੜ ਜਾਂਦਾ। ਇਉਂ ਸਭ ਦੁਨੀਆ ਜੋ ਪਦਾਰਥਾਂ ਦੀ ਪ੍ਰਾਪਤੀ ਦਾ ਜਾਂ ਬਹੁਤਾ ਹੀ ਬਹੁਤਾ ਸਾਨੂੰ ਮਿਲੇ ਜਾਂ ਆ ਕੇ ਚਲਾ ਕਿਉਂ ਗਿਆ, ਇਸ ਚਿੰਤਾ ਦੇ ਵਿੱਚ ਹੀ ਚਿੰਤਾ ਦਿਖਦੇ ਹਨ। ਵੈਸੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਮਤ ਹੈ ਕਿ ਚਿੰਤਾ ਨਹੀਂ ਕਰਨੀ ਚਾਹੀਦੀ, ਚਿੰਤਾ ਛੱਡ ਅਚਿੰਤ ਰਹੋ। ਪਰ ਇਹ ਤਾਂ ਹੋ ਸਕਦਾ ਨਾਨਕ ਲੱਗ ਪਾਈ, ਜੇ ਗੁਰੂ ਮਹਾਰਾਜ ਦੇ ਚਰਨੀ ਲੱਗ ਕੇ ਇਹ ਮਹਾਰਾਜ ਫਰਮਾਉਂਦੇ ਨੇ ਚੇਤਾ ਏਕਾ ਤਹਿ ਸੁਖ ਹੋਏ।
ਸੰਸਾਰੀ ਪਦਾਰਥਾਂ ਦੀ ਚਿਤਪਨੀ ਨੂੰ ਛੱਡ ਕੇ ਸਰੂਪ ਦੀ ਪ੍ਰਾਪਤੀ ਵਾਸਤੇ ਇੱਕ ਪਰਮੇਸ਼ਰ ਨੂੰ ਚਿੰਤਨਾ ਸਿਮਰਨਾ ਕਰਦਾ ਹੈ। ਕਿਉਂਕਿ ਜਿਸ ਬਾਰੇ ਸੋਚੀ ਜਾਵਾਂਗੇ ਉਹੀ ਮਨ ਵਿੱਚ ਵਸ ਜਾਏਗਾ। ਜੇ ਪਰਮਾਤਮਾ ਦਾ ਚਿੰਤਨ ਕਰਾਂਗੇ ਉਹਦਾ ਨਾਮ ਵਸਣ ਤੋਂ ਮਨ ਅਚਿੰਤ ਹੋ ਜਾਏਗਾ, ਤਾਂ ਹੀ ਸੁਖ ਹੋਏ, ਉਸੇ ਨੂੰ ਹੀ ਫਿਰ ਆਤਮਾਨੰਦ ਰੂਪੀ ਸੁਖ ਪ੍ਰਾਪਤ ਹੁੰਦਾ ਹੈ। ਇਹ ਸੁਖ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਨਾਨਕ ਚਿੰਤਾ ਮਤ ਕਰੋ। ਇਹ ਗੁਰਮੁਖੋ ਮਤਾ ਤੁਸੀਂ ਚਿੰਤਾ ਕਰੋ। ਮਹਾਰਾਜ ਚਿੰਤਾ ਸਾਡੇ ਪਾਸੋਂ ਹੋ ਜਾਂਦੀ ਹੈ, ਕੋਈ ਤਰੀਕਾ ਦੱਸੋ ਜਿਸ ਨਾਲ ਚਿੰਤਾ ਨਾ ਵਿਆਪੇ। ਤਾਂ ਮਹਾਰਾਜ ਨੇ ਆਖਿਆ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਤੁਸੀਂ ਧੁਰ ਕੀ ਬਾਣੀ ਦਾ ਨਿਤਨੇਮ ਕਿਉਂ ਨਹੀਂ ਕਰਦੇ ਭਾਈ ਗੁਰਮੁਖੋ? ਸੋਚਣ ਨਾਲ ਤਾਂ ਕੁਛ ਬਣਨਾ ਨਹੀਂ। ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹੀ ਸੋਚਦਾ ਹੈ, ਕੰਮ ਦਾ ਕਰਦਾ ਨਹੀਂ, ਪੈਸੇ ਕਿੱਥੋਂ ਆਉਣਗੇ? ਸੋਚੀ ਜਾਊਗਾ ਵੀ ਗੁਜ਼ਾਰਾ ਕਿਵੇਂ ਚੱਲੇਗਾ, ਕਿਸ਼ਤਾਂ ਕਿਵੇਂ ਤਾਰਾਂਗੇ। ਉਦਮ ਕਰਨਾ ਕੋਈ ਨਹੀਂ, ਸੋਚੀ ਜਾਣਾ ਹੈ। ਜੇ ਉੱਠ ਕੇ ਕੰਮ ਕਰੇਗਾ ਥੋੜਾ ਬਹੁਤਾ ਕੁਛ ਨਾ ਕੁਛ ਲਾਭ ਹੋਏਗਾ, ਆਪਣੇ ਆਪ ਹੀ ਚਿੰਤਾ ਖਤਮ ਹੋਏਗੀ। ਇਉਂ ਪਰਮਾਰਥ ਦੇ ਰਸਤੇ ਬਾਰੇ ਸੋਚੀ ਜਾਣਾ ਹੈ। ਇਹ ਮੌਤ ਤੋਂ ਬਾਅਦ ਕਿਵੇਂ ਬਣੇਗਾ, ਸਾਡੀ ਤਰੱਕੀ ਕਿਉਂ ਨਹੀਂ ਹੁੰਦੀ? ਪਰ ਤਰੱਕੀ ਦਾ ਰਸਤਾ ਅਪਣਾਉਣਾ ਕੋਈ ਨਹੀਂ, ਰਸਤੇ ਚੱਲਣਾ ਕੋਈ ਨਹੀਂ, ਬਾਣੀ ਦਾ ਪਾਠ ਪੂਜਾ ਕਰਨੀ ਕੋਈ ਨਹੀਂ। ਜਿਵੇਂ ਮਾਇਆ ਦੀ ਕਮਾਈ ਲਈ ਕੰਮ ਜ਼ਰੂਰੀ ਹੈ, ਤਾਂ ਹੀ ਇਨਸਾਨ ਚਿੰਤਾ ਮੁਕਤ ਹੋ ਸਕਦਾ ਹੈ। ਇਸੇ ਤਰ੍ਹਾਂ ਨਾਮ ਧਨ ਦੀ ਪ੍ਰਾਪਤੀ ਲਈ ਤੇ ਪਰਲੋਕ ਸਵਾਰਨ ਵਾਸਤੇ ਮੌਤ ਤੋਂ ਬਾਅਦ ਵਾਹਿਗੁਰੂ ਦੀ ਮਦਦ ਮਿਲੇ, ਇਸ ਲਈ ਸਾਨੂੰ ਨਿਤਨੇਮ ਜ਼ਰੂਰੀ ਹੈ। ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਅੰਮ੍ਰਿਤ ਵੇਲੇ, ਸ਼ਾਮਾਂ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ, ਸੌਣ ਲੱਗਿਆਂ ਕੀਰਤਨ ਸੋਹਿਲਾ, 5 ਬਾਣੀਆਂ ਜਾਂ ਸੁਖਮਨੀ ਸਾਹਿਬ, ਆਸਾ ਦੀ ਵਾਰ, ਇੰਨਾ ਕੁ ਨਿਤਨੇਮ ਤਾਂ ਬਹੁਤ ਜ਼ਰੂਰੀ ਹੈ। 2 ਟਾਈਮ ਮਹਾਰਾਜ ਦੀ ਸੰਗਤ ਦੇ ਵਿੱਚ ਆ ਕੇ ਦਰਸ਼ਨ ਕਰਨੇ, ਹਾਜ਼ਰੀ ਭਰਨੀ, ਤੋ ਤਾਂ ਹੀ ਚਿੰਤਾ ਤੋਂ ਮੁਕਤ ਹੋਵਾਂਗੇ। ਧੁਰ ਕੀ ਬਾਣੀ ਦੇ ਤਾਂ ਆਪਾਂ ਲਾਗੋਂ ਦੀ ਨਹੀਂ ਲੰਘਦੇ, ਜਾਂ ਭੱਜ ਕੇ ਲੰਘ ਜਾਂਦੇ ਆ, ਕਿਤੇ ਕੰਨੀ ਨਾ ਪੈ ਜਾਏ। ਤੋ ਜਿਸ ਨੇ ਚਿੰਤਾ ਮਿਟਣੀ ਹੈ ਉਹਨੂੰ ਆਪਾਂ ਪੜ੍ਹਨ ਵਾਸਤੇ, ਸੁਣਨ ਵਾਸਤੇ ਤਿਆਰ ਨਹੀਂ ਹਾਂ, ਤਾਂ ਫਿਰ ਚਿੰਤਾ ਮਿਟੇਗੀ ਕਿਵੇਂ? ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਆਈ ਹੋਈ ਚਿੰਤਾ ਨੂੰ ਮਿਟਣ ਲਈ ਹੈ। ਜੋ ਅਸੀਂ ਸਹੁੰ ਪਾਈ ਹੋਈ ਹੈ ਕਿ ਜਿੰਨਾ ਮਰਜ਼ੀ ਰੌਲਾ ਪਵੇ, ਜੋ ਮਰਜ਼ੀ ਕੋਈ ਆਖੇ, ਆਪਾਂ ਨਹੀਂ ਗੁਟਕਾ ਫੜਨਾ, ਨਿਤਨੇਮ ਨਹੀਂ ਕਰਨਾ ਹੈ। ਹੋਰ ਭਾਵੇਂ 100 ਕੰਮਾਂ ਦੇ ਵਿੱਚ ਆਪ ਦਾ ਸਮਾਂ ਖਰਾਬ ਕਰੀ ਜਾਓ, ਪਰ ਨਿਤਨੇਮ ਕਰਨਾ ਕਠਿਨ ਹੋਇਆ ਪਿਆ ਹੈ। ਪਾਤਸ਼ਾਹ ਫਰਮਾਉਂਦੇ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸੋ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਪੇਰੋ ਜੀਤੇ। ਰੋਜੀ ਰੋਟੀ ਦੀ ਚਿੰਤਾ ਅੱਜ ਕੱਲ੍ਹ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਸਭਨਾਂ ਨੂੰ ਖਾਈ ਜਾ ਰਹੀ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਜਿਹਨੇ ਜਨਮ ਦਿੱਤਾ ਹੈ, ਸੋ ਉਹ ਸਭਨਾਂ ਦੀ ਰੱਖਿਆ ਕਰਨ ਵਾਲਾ ਹੈ, ਉਹੀ ਸਭਨਾਂ ਦਾ ਪ੍ਰਬੰਧ ਕਰਨ ਵਾਲਾ ਹੈ। ਤੋ ਜਿਸ ਨੇ ਜੀ ਪੈਦਾ ਕੀਤਾ ਹੈ ਉਹਦੇ ਹੱਥ ਦੇ ਵਿੱਚ ਪ੍ਰਭ ਡੋਰੀ ਹਾਥ ਮਾਰੇ, ਰੋਜੀ ਰੋਟੀ ਰੂਪੀ ਡੋਰੀ ਪਕੜੀ ਹੋਈ ਹੈ। ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਹੈ। ਜਿੱਥੇ ਰੱਬ ਨੇ ਦਾਣੇ ਬਣਾਏ ਨੇ ਉੱਥੇ ਜੀਵ ਨੂੰ, ਜਿੱਥੇ ਕਰਮ ਲਿਖੇ ਨੇ, ਭੇਜ ਦਿੰਦਾ ਛਕਣ ਵਾਸਤੇ। ਇਸ ਲਈ ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜੀ ਦੇ, ਪਾਣੀ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਵੀ ਰੋਜੀ ਦੇ ਰਿਹਾ। ਤੇ ਤੇਰਾ ਤਾਂ ਚੰਗਾ ਭਲਾ ਘਰ-ਬਾਰ ਹੈ, ਪੈਲੀ ਬੰਨਾ ਹੈ, ਸਭ ਕੁਝ ਹੁੰਦਿਆਂ ਸੁਣਦਿਆਂ ਤੂੰ ਤਰਲੇ ਕਿਉਂ ਮਾਰ ਰਿਹਾ ਹੈ?
ਕਿਉਂ ਐਵੇਂ ਘਬਰਾ ਰਿਹਾ ਹੈ। ਵੇਚੋ ਪਾਏ ਸਾਈ ਰਾਤ ਨਾ ਬੇਸਾਰ ਕਰੇ, ਪਾਣੀ ਵਿੱਚ ਉਹਨਾਂ ਪੈਦਾ ਕਰਕੇ ਉਹਨਾਂ ਦੀ ਵੀ ਸੰਭਾਲ ਵਾਹਿਗੁਰੂ ਕਰ ਰਿਹਾ। ਇਸ ਲਈ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸੋ ਚਿੰਤਾ ਕਰਨ ਦੀ ਬਜਾਏ, ਸੋਚਣ ਦੀ ਬਜਾਏ ਉਸ ਵਾਹਿਗੁਰੂ ਦਾ ਕੀਰਤਨ ਕਰਨਾ ਚਾਹੀਦਾ, ਉਹਦੀ ਕਥਾ ਵਿਚਾਰ ਕਰਨੀ ਚਾਹੀਦੀ, ਉਹਦਾ ਵਾਹਿਗੁਰੂ ਨਾਮ ਜਪਣਾ ਚਾਹੀਦਾ, ਉਹਦਾ ਕੋਈ ਸਹਿਜ ਪਾਠ ਆਰੰਭ ਕੀਤਾ ਜਾਏ ਤਾਂ ਕਿ ਸਾਡਾ ਮਨ ਬਿਜ਼ੀ ਰਹੇ। ਉਹਦੇ ਕਿਸੇ ਅਖੰਡ ਪਾਠ ਸਾਹਿਬ ਚੱਲਦੇ ਤੇ ਰੌਲ ਲਾਈ ਜਾਏ, ਕੋਈ ਸਮਾਂ ਸਾਡਾ ਵੀ ਸਫਲ ਹੋਵੇ। ਜਾਂ ਬੈਠ ਕੇ ਜਿਨ ਸੇਵਿਆ ਤਿਨ ਪਾਇਆ, ਮਾਨ ਨਾਨਕ ਗਾਵੀਏ ਗੁਣੀ ਨਿਧਾਨ, ਤੇ ਸਰਵਣ ਕੀਤਾ ਜਾਏ, ਸੇਵਿਆ ਜਾਏ, ਸੇਵਾ ਕੀਤੀ ਜਾਏ। ਇਹ ਚਿੰਤਾ ਮੁਕਤ ਕਰਨ ਦੇ ਤਰੀਕੇ ਹਨ ਆਪਦੇ ਮਨ ਨੂੰ। ਨਹੀਂ ਤਾਂ ਹਰੇਕ ਮਨ ਚਿੰਤਾ ਤੁਰ ਹੈ। ਕੁਦਰਤੀ ਵਿਹਲਾ ਮਨ ਉਹ ਸੋਚਾਂ ਹੀ ਸੋਚਦਾ ਹੈ। ਚੇਤਾ ਵਸੈ ਰਾਚੈ ਹਰਿ ਨਾਏ। ਜਦ ਗੁਰੂ ਉਪਦੇਸ਼ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਚਿੱਤ ਦੀ ਬਿਰਤੀ ਰਚ ਜਾਵੇ, ਤਦ ਹਿਰਦੇ ਵਿੱਚ ਚੇਤਨ ਵਸ ਜਾਂਦਾ ਹੈ। ਉਹੀ ਚਿੱਤ ਵਸਦਿਆਂ ਵਿੱਚ ਗਿਣਿਆ ਜਾਂਦਾ ਹੈ। ਬਾਕੀ ਤਾਂ ਸਭ ਉਜੜੇ ਹੋਏ ਚਿੱਤ ਹਨ। ਇਸੇ ਪ੍ਰਕਾਰ ਚਿਤ ਵਸੈ ਰਾਚੈ ਹਰਿ ਨਾਏ। ਜਦ ਚਿੱਤ ਵਿੱਚ ਗੁਰੂ ਉਪਦੇਸ਼ ਵਸ ਜਾਏ, ਫਿਰ ਉਮਰ ਵਿੱਚ ਪਰਮੇਸ਼ਰ ਦਾ ਨਾਮ ਰਚ ਜਾਂਦਾ। ਕਿ ਉਹ ਪੁਰਖ ਮਹਾਰਾਜ ਕਹਿੰਦੇ ਨੇ, ਮੁਕਤ ਪਿਆ ਪਦ ਸਿਉ ਕਰ ਜਾਏ। ਉਹ ਪੁਰਖ ਮੁਕਤ ਰੂਪ ਹੋਇਆ ਹੈ ਜਾਂ ਬੰਧਨਾਂ ਤੋਂ ਰਹਿਤ ਹੋ ਗਿਆ ਅਤੇ ਪਤ ਇੱਜ਼ਤ ਦੇ ਨਾਲ ਆਪਣੇ ਸਤ ਸਰੂਪ ਤੁਰਿਆ ਪਦ ਸੱਚਖੰਡ ਰੂਪੀ ਘਰ ਦੇ ਵਿੱਚ ਜਾਂਦਾ ਹੈ। ਚੀਜ਼ਾਂ ਦੇਹਾਂ ਖੁੱਲਾ ਇੱਕ ਗੰਢ। ਜਿਸ ਵੇਲੇ ਪ੍ਰਾਣ ਤੇ ਅਪਾਨ ਵਾਯੂ ਦੀ ਇੱਕ ਗੰਢ ਖੁੱਲ ਜਾਵੇ, ਉਸ ਵੇਲੇ ਸਰੀਰ ਨਾਸ਼ ਹੋ ਜਾਂਦਾ ਹੈ। ਇਸੇ ਪ੍ਰਕਾਰ ਚੀਜ਼ਾਂ ਦੇਹਾਂ ਖੁੱਲਾ ਇੱਕ ਗੰਢ। ਜੋ ਪ੍ਰਾਣ ਅਪਾਨ ਵਾਯੂ ਦੀ ਇੱਕ ਗੰਢ ਪਾਈ ਹੋਈ ਹੈ, ਜਦ ਇਹਦਾ ਆਪੋ ਵਿੱਚ ਚੱਕਰ ਖੁੱਲ ਜਾਂਦਾ ਤਦ ਅਸਤੂਲ ਦੇਹੀ ਨਾਸ਼ ਹੋ ਜਾਂਦੀ ਹੈ। ਇਸੇ ਪ੍ਰਕਾਰ ਚੀਜ਼ਾਂ ਦੇਹ ਖੁੱਲਾ ਇੱਕ ਗੰਢ। ਜੇਕਰ ਚਿਤ ਜੜ ਗ੍ਰੰਥੀ ਦੀ ਗੰਢ ਖੁੱਲ ਜਾਏ, ਫਿਰ ਇਸ ਦੇਹ ਦਾ ਮਾਨ ਨਾਸ਼ ਹੋ ਜਾਂਦਾ ਹੈ। ਆਮੇਨ। ਛੇ ਅਨੰਤ ਦੇਖੋ ਜਗ ਹੰਡ। ਇਹ ਪਾਠ ਇਕੱਠਾ ਹੀ ਹੈ। ਦੂਜਾ ਪਾਠ ਛੇ ਅਨਿਤ ਹੈ, ਪਰ ਪਹਿਲਾ ਜਿਹੜਾ ਸੰਪਰਦਾਇ ਪਾਠ ਹੈ ਉਹ ਛਿਆਨਿਤ ਹੈ। ਸੋ ਭਾਵੇਂ ਜਗ ਸੰਸਾਰ ਦੇ ਵਿੱਚ ਹੰਡ ਫਿਰ ਕੇ ਵੇਖ ਲਵੋ, ਇਹ ਜਿਹੜੀ ਦੇਹ ਹੈ ਛਿਆਨਿਤ, ਛਿਨ ਬਿਨ ਨਾਸ਼ ਰੂਪੀ ਹੀ ਹੈ। ਜਾਂ ਦੂਜਾ ਪਾਠ ਛਿਆ ਨਿਤ, ਨਿਤ ਹਮੇਸ਼ਾ ਛਿਆ ਨਾਸ਼ ਰੂਪੀ ਹੈ। ਭਾਵ ਸੰਸਾਰ ਵਿੱਚ ਕੋਈ ਵੀ ਸਰੀਰਧਾਰੀ ਨਹੀਂ ਰਹਿ ਸਕਿਆ ਹੈ। ਮਹਾਰਾਜ ਕਹਿੰਦੇ ਨੇ 33 ਸਵਈਆਂ 'ਚ ਕਲਗੀਧਰ ਜੀ ਦਾ ਫਰਮਾਨ ਹੈ, ਜਾਲ ਬੱਧੇ ਸਭ ਹੀ ਮ੍ਰਿਤ ਕੇ, ਕੋ ਰਾਮ ਰਸੂਲ ਨਾ ਬਚਨ ਪਾਏ। ਕੋਈ ਰਾਮ ਰਸੂਲ ਵੀ ਨਹੀਂ ਬਚਿਆ, ਆਮ ਜੀਵਤਾਂ ਕੀ ਬਚਨੇ ਸਨ। ਦਾਨਵ ਦੇਵ ਫਨਿੰਦ ਧਰਾ ਧਰ, ਭੂਤ ਭਵਿਖ ਉਪਾਏ ਮਟਾਏ। ਸਭ ਦੇਵਤੇ ਕੀ ਦੈਨ ਕੀ ਪਿੱਛੇ ਬੀਤ ਚੁੱਕੇ ਸਮੇਂ 'ਚ ਜਾਂ ਹੁਣ ਜਾਂ ਆਉਣ ਵਾਲੇ ਸਮੇਂ 'ਚ ਮਹਾਰਾਜ ਪੈਦਾ ਕਰ ਰਿਹਾ ਤੇ ਮਿਟੀ ਜਾ ਰਿਹਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸੋ ਜਿਹੜਾ ਵੀ ਆਇਆ ਜਨਮ ਧਾਰ ਕੇ ਜੋ ਜਨਮ ਹੈ ਸੋ ਜਨਮ ਹੋਆ, ਉਹਨੇ ਮਰ ਕੇ ਤੁਰ ਜਾਣਾ ਹੈ। ਧੂਪ ਛਾਵਾਂ ਜੇ ਸਮ ਕਰ ਜਾਣਾ। ਧੁੱਪ ਅਤੇ ਛਾਂ ਨੂੰ ਜੇਕਰ ਜੀਵ ਇੱਕੋ ਜਿਹਾ ਕਰਕੇ ਜਾਣੇ, ਇਹ ਖੱਟ ਸੰਗਤੀ ਹੈ। ਹਰਖ ਰੋਗ ਜੰਮਣ ਮਰਨ ਭੁੱਖ ਤੇ ਦੁੱਖ ਸੁੱਖ ਦੇ ਵਿੱਚ ਇੱਕ ਬਰਾਬਰ ਰਹਿਣਾ,
ਉਹ ਇੰਜ ਧੁੱਪ ਦੀ ਤਰ੍ਹਾਂ ਹੈ ਦੁੱਖ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਦੁੱਖ ਦੇ ਵਿੱਚ ਮਨ ਨੂੰ ਦੁਖੀ ਨਹੀਂ ਹੋਣ ਦੇਣਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹੁ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮੰਨੈ। ਇਉਂ ਛਾਂ ਦੀ ਤਰ੍ਹਾਂ ਹੈ ਸੁਖ। ਭਾਵ ਜੇ ਛਾਂ ਮਿਲੀ ਹੈ ਤਾਂ ਵੀ ਪ੍ਰਮਾਤਮਾ ਦਾ ਚਿੰਤਨ ਕਰਨਾ, ਉਹਦਾ ਧੰਨਵਾਦ ਕਰਨਾ। ਜੇ ਧੁੱਪ ਹੈ ਤਾਂ ਭਾਵ ਦੁੱਖ ਹੈ, ਤਾਂ ਫਿਰ ਵੀ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ। ਦੁੱਖ ਸੁੱਖ ਨੂੰ ਜੇਕਰ ਸੰਬਿਰਤੀ ਕਰਕੇ ਜਾਣ ਲਵੇ ਸਾਧ ਸੰਗਤ ਜੀਓ, ਉਹ ਬ੍ਰਹਮ ਗਿਆਨੀ ਜੀਵਨ ਮੁਕਤ ਹੈ। ਬੰਧਨ ਕਾਟਾ ਮੁਕਤ ਕਰ ਆਣੈ, ਫਿਰ ਹਉਮੈ ਕਰਤਾ ਭੋਗਤਾ ਦੇ ਬੰਧਨ ਜੰਜਾਲਾਂ ਨੂੰ ਕੱਟ ਕੇ ਮੁਕਤੀ ਦੇ ਘਰ ਸਤ ਸੰਗਤ ਵਿੱਚ ਚਿੱਤ ਨੂੰ ਲੈ ਆਉਂਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਿਨਿਵਰ ਭੈ ਨਹੀਂ ਜਾਗੈ, ਕੰਚਨ ਮਾਟੀ ਮੰਨੈ। ਜੀਵਨ ਮੁਕਤਾਂ ਦੀ ਅਵਸਥਾ ਹੈ। ਇਸੇ ਪ੍ਰਕਾਰ ਬੰਧਨ ਕਾਟਾ ਮੁਕਤ ਕਰ ਆਣੈ, ਜੋ ਗੁਰਾਂ ਦੀ ਸ਼ਰਨ ਵਿੱਚ ਚਿੱਤ ਨੂੰ ਲੈ ਆਉਂਦਾ ਹੈ, ਉਹ ਰਿਜੇ ਰੂਪੀ ਘਰ ਦੀ ਅੰਦਰੋਂ ਹੀ ਮੁਕਤੀ ਰੂਪ ਬ੍ਰਹਮ ਨੂੰ ਪ੍ਰਾਪਤ ਕਰ ਲੈਂਦਾ ਹੈ। ਛਾਇਆ ਛੋਛੀ ਜਗਤ ਭੁਲਾਨਾ, ਇਹ ਤੁਸ਼ ਅਵਿਦਿਆ ਮਾਇਆ ਨੇ ਜੋ ਰੱਬ ਦੀ ਸ਼ਾਨ ਹੈ। ਇਹਨੇ ਸਾਰਾ ਜਗਤ ਸੰਸਾਰ ਭਰਮ ਦੇ ਵਿੱਚ ਭੁਲੇਖੇ ਵਿੱਚ ਪਾਇਆ ਹੋਇਆ ਹੈ। ਇਸੇ ਪ੍ਰਕਾਰ ਛਾਇਆ ਛੋਛੀ ਜਗਤ ਭੁਲਾਨਾ, ਤੁਸ਼ ਅਵਿਦਿਆ ਦੇ ਵਿੱਚ ਚੇਤਨ ਦਾ ਪ੍ਰਤੀਬਿੰਬ ਭੈਣ ਕਰਕੇ ਜੀਵ ਬਣਿਆ ਹੈ। ਇਹ ਜੀਵ ਪੁਣੇ ਦੇ ਵਿੱਚ ਹੀ ਸਾਰਾ ਜਗਤ ਭੁੱਲਣ ਜਾ ਰਿਹਾ ਹੈ। ਲਿਖਿਆ ਕਿਰਤ ਧੁਰੇ ਪਰਵਾਨਾ, ਜੀਵਾਂ ਦੇ ਜੋ ਮੁੱਢ ਤੋਂ ਕਰਮ ਲਿਖਿਆ ਹੋਇਆ ਉਹੀ ਪ੍ਰਮਾਣ ਹੋ ਰਿਹਾ। ਭਾਵ ਉਸੇ ਕਰਮਾਂ ਦੀ ਲਿਖਤ ਅਨੁਸਾਰ ਕਰਮ ਕਰਨ ਵਿੱਚ ਲੱਗ ਰਿਹਾ ਹੈ। ਇਸੇ ਪ੍ਰਕਾਰ ਲਿਖਿਆ ਕਿਰਤ ਧੁਰੇ ਪਰਵਾਨਾ, ਜਿਸ ਨੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਅੰਤःਕਰਨ ਰੂਪੀ ਕਾਗਜ਼ ਤੇ ਲਿਖ ਲਿਆ ਹੈ, ਉਹ ਪਰਮੇਸ਼ਰ ਦੀ ਪ੍ਰਾਪਤੀ ਵੱਲ ਸ੍ਰੇਸ਼ਟ ਕਿਰਤ ਕਰਮ ਕੀਰਤਨ ਕਰਦਾ ਹੈ। ਤੇ ਉਹ ਤੁਰ ਦਰਗਾਹ ਦੇ ਵਿੱਚ ਪ੍ਰਮਾਣਿਕ ਹੋ ਗਿਆ ਜਾਂ ਆਤਮ ਲੈ ਕੇ ਪਰਮੇਸ਼ਰ ਨੇ ਉਹਨੂੰ ਆਪਣੇ ਸਰੂਪ ਦੇ ਵਿੱਚ ਲੀਨਤਾ ਕਰਨ ਪ੍ਰਮਾਣਤਾ ਬਖਸ਼ਿਸ਼ ਕੀਤੀ ਹੈ। ਚੀਜ਼ਾਂ ਜੋ ਬਨਾ ਜਰੂਆ ਸਿਰ ਕਾਲ, ਜਿਸ ਜਵਾਨੀ ਦਾ ਜਿਸ ਬਲ ਦਾ ਅਸੀਂ ਮਾਣ ਕਰਦੇ ਹਾਂ, ਉਹ ਜਵਾਨੀ ਇੱਕ ਦੇ ਨਾਸ਼ ਹੋ ਜਾਂਦੀ ਹੈ ਤੇ ਜਰੂਆ ਬੁਢੇਪਾ ਆ ਜਾਂਦਾ ਹੈ। ਸੁੱਕੀ ਮੂਲੀ ਦੀ ਤਰ੍ਹਾਂ ਸਰੀਰ ਉੱਪਰ ਚੁਰੜੀਆਂ ਪੈ ਜਾਂਦੀਆਂ ਤੇ ਜਿਹੜਾ ਕਾਲ ਹੈ ਇਹ ਸਿਰ ਉੱਪਰ ਆ ਕੇ ਚੰਬੜ ਜਾਂਦਾ ਹੈ। ਸਿਰ ਦੇ ਵਾਲਾਂ ਤੋਂ ਪਟਕਾ ਕੇ ਕੰਸ ਦੀ ਤਰ੍ਹਾਂ ਮਾਰ ਸੁੱਟਦਾ ਹੈ। ਇਸੇ ਪ੍ਰਕਾਰ ਚੀਜ਼ਾਂ ਜੋ ਬਨਾ ਜਰੂਆ ਸਿਰ ਕਾਲ, ਸਿਰ ਉੱਤੇ ਕਾਲ ਤਾਂ ਜਨਮ ਤੋਂ ਲੈ ਕੇ ਹੀ ਹੈ, ਪਰ ਬੁਢੇਪੇ ਕਰਕੇ ਜਵਾਨੀ ਨਸ਼ਟ ਹੋ ਜਾਂਦੀ ਹੈ ਤੇ ਦਿਖਣ ਲੱਗ ਪੈਂਦਾ ਹੈ। ਭਵਰ ਗਏ ਬਗ ਬੈਠੇ ਆਏ, ਪੌਰੀਆਂ ਦੀ ਤਰ੍ਹਾਂ ਕਾਲੇ ਕੇਸ ਚਲੇ ਗਏ। ਪਤਾ ਨਹੀਂ ਕਿਧਰੋਂ ਆਏ ਸੀ, ਇੱਕਦਮ ਹੀ ਚਲੇ ਗਏ, ਪਤਾ ਹੀ ਨਹੀਂ ਲੱਗਾ। ਜਿਸ ਤਰ੍ਹਾਂ ਕੱਲ ਆਏ ਸੀ ਅੱਜ ਚਲੇ ਹੀ ਗਏ। ਉਹ ਲੱਭੀ ਤੇ ਨਹੀਂ ਸ਼ੀਸ਼ਾ ਵੇਖ ਵੇਖ ਕੇ ਕਿੱਥੇ ਚਲੇ ਗਏ। ਹੁਣ ਚਿੱਟੇ ਧੌਲੇ ਆ ਗਏ। ਚੀਜ਼ਾਂ ਜੋ ਬਨਾ ਜਰੂਆ ਸਿਰ ਕਾਲ, ਕਈਆਂ ਦੀ ਜਵਾਨੀ ਵਿੱਚ, ਕਈਆਂ ਦੇ ਬੁਢੇਪੇ 'ਚ ਸਿਰ ਉੱਤੇ ਕਾਲ ਆ ਜਾਂਦਾ ਹੈ। ਹਰ ਜੀਓ ਕਾਲ ਸਦਾ ਸਿਰ ਉੱਪਰ ਠੰਡੇ, ਜਨਮ ਜਨਮ ਮੈਂ ਰਾਈ, ਇਹ ਜਨਮਾਂ ਜਨਮਾਂਤਰਾਂ ਦਾ ਵੈਰੀ ਬਣਿਆ ਹੋਇਆ ਸਿਰ ਦੇ ਉੱਪਰ ਖੜਾ ਹੈ। ਇਉਂ ਸਰੀਰ ਨਾਸ਼ ਹੁੰਦੇ ਰਹਿੰਦੇ ਨੇ, ਕੋਈ ਜਵਾਨੀ 'ਚ ਕੋਈ ਬੁਢੇਪੇ 'ਚ।
ਜੈਸੇ ਕਿਰਸਾਨ ਹੋਵੇ ਕਿਰਸਾਨੀ। ਜਿਵੇਂ ਜਿਹੜਾ ਕਿਰਸਾਨ ਹੈ ਉਹ ਖੇਤੀ ਨੂੰ ਬੀਜਦਾ ਹੈ, ਉਹਦੀ ਮਰਜ਼ੀ ਹੈ ਕਿ ਉਹ ਕੱਚੀ ਚਰੀ ਦੇ ਰੂਪ ਦੇ ਵਿੱਚ ਵੱਢ ਕੇ ਡੰਗਰਾਂ ਨੂੰ ਚਾਰ ਦੇਵੇ, ਜਾਂ ਫਿਰ ਉਹਦੀਆਂ ਛੱਲੀਆਂ ਪਕਾ ਕੇ ਮੱਕੀ ਆਪਦੇ ਘਰ ਲੈ ਆਵੇ। ਸਰੋਂ ਬੀਜ ਕੇ ਤੇ ਭਾਵੇਂ ਡੰਗਰਾਂ ਨੂੰ ਚਾਰ ਸੁੱਟੇ ਤੇ ਭਾਵੇਂ ਉਹਦੇ ਬੀਜ ਲੈ ਕੇ ਤੇ ਪਕਾ ਕੇ ਫਿਰ ਉਹਦੀ ਵਰਤੋਂ ਕਰੇ। ਇਹ ਤਾਂ ਹੁਣ ਕਿਸਾਨ ਦੀ ਮਰਜ਼ੀ ਹੈ ਨਾ, ਖੇਤੀ ਤਾਂ ਉਹਦੀ ਹੈ, ਭਾਵੇਂ ਉਹ ਪਹਿਲਾਂ ਵੱਢ ਲਏ ਤੇ ਭਾਵੇਂ ਪਕਾ ਕੇ ਵੱਢ ਲਏ। ਇਉਂ ਇਹ ਜਿਹੜਾ ਸੰਸਾਰ ਹੈ ਸਾਰੇ ਜੀਆ ਜੰਤੂ ਉਸ ਵਾਹਿਗੁਰੂ ਦੀ ਖੇਤੀ ਨੇ, ਉਹਦੀ ਮਰਜ਼ੀ ਹੈ ਬਚਪਨ ਵਿੱਚ ਲੈ ਜਾਏ, ਉਹਦੀ ਮਰਜ਼ੀ ਹੈ ਜਵਾਨੀ ਵਿੱਚ ਲੈ ਜਾਏ, ਤੇ ਉਹਦੀ ਮਰਜ਼ੀ ਹੈ। ਕਈ ਬੁੱਢਿਆਂ ਦੀ ਵੀ ਬਾਤ ਨਹੀਂ ਪੁੱਛਦਾ, ਵਿਚਾਰੇ ਹੱਡ ਗੋਡੇ ਰਗੜਦੇ, ਸੋਟੀਆਂ ਫੜ ਫੜ ਕੇ ਬੜੀ ਮੁਸ਼ਕਲ ਤੁਰਦੇ ਨੇ ਤੇ ਅਰਦਾਸਾਂ ਕਰਦੇ ਨੇ ਵੀ ਸਾਡੀ ਸਮਾਪਤੀ ਹੋ ਜਾਏ, ਪਰ ਮਹਾਰਾਜ ਉਹਨਾਂ ਦਾ ਧਿਆਨ ਹੀ ਨਹੀਂ ਕਰਦਾ, ਉਹਨਾਂ ਨੂੰ ਭੁੱਲੀ ਬੈਠਾ ਹੈ। ਇਹ ਤਾਂ ਉਹਦੀ ਮਰਜ਼ੀ ਹੈ ਨਾ। ਜ਼ੋਰ ਨਾ ਜੀਵਨ, ਨਾ ਤਾਂ ਜ਼ਿੰਦਗੀ ਜਿਉਣ ਵਿੱਚ ਜ਼ੋਰ ਹੈ ਕਿਸੇ ਦਾ, ਮਰਨ ਨਾ ਜ਼ੋਰ, ਨਾ ਮੌਤ ਵਿੱਚ ਜ਼ੋਰ ਹੈ। ਇਸੇ ਪ੍ਰਕਾਰ ਚੀਜ਼ਾਂ ਜੋ ਬਨਾ ਜਰੂਆ ਸਿਰ ਕਾਲ। ਜਦੋਂ ਤਾਂ ਅਸੀਂ ਅੰਮ੍ਰਿਤ ਛਕਿਆ ਸੀਗਾ, ਉਹ ਤੋਂ ਨਾ ਜਵਾਨੀ ਦੀ ਤਰ੍ਹਾਂ ਬੜਾ ਚਾਅ ਸੀਗਾ ਵੀ ਅੰਮ੍ਰਿਤ ਛਕ ਲਿਆ ਜੀ ਆਪਾਂ, ਤਾਂ ਸਮਝ ਲਓ ਵੀ ਹੁਣ ਸਿਮਰਨ ਸ਼ੁਰੂ ਕਰ ਦੇਣਾ ਹੈ ਤੇ ਅੱਜ ਭਲਕੇ ਰੱਬ ਨੂੰ ਪਾ ਲੈਣਾ ਹੈ। ਮਨ 'ਚ ਬਹੁਤ ਉਤਸ਼ਾਹ ਹੁੰਦਾ ਸੀਗਾ। 2:30-3 ਵਜੇ ਉੱਠ ਖਲੋਣਾ, ਮੁੜ ਕੇ ਸੌਣਾ ਹੀ ਨਹੀਂ, ਤੇ ਸਾਰੀ ਸਾਰੀ ਦਿਹਾੜੀ ਸੇਵਾ ਬਾਣੀ ਦਾ ਨਿਤਨੇਮ ਕਿ ਮਹਾਰਾਜ ਇੱਕ ਵਾਰ ਪਾਠ ਯਾਦ ਕਰਾ ਦੇ ਸੀ, ਤੇ ਮਹਾਰਾਜ ਨੇ ਤਾਂ ਆਪ ਦੀ ਕਿਰਪਾ ਕਰ ਦਿੱਤੀ, ਬਚਨ ਨਿਭਾ ਦਿੱਤਾ। ਤੇ ਪਰ ਮੁੜ ਕੇ ਬੰਦਾ ਭੁੱਲ ਗਿਆ, ਉਹ ਜਵਾਨੀ ਦੀ ਤਰ੍ਹਾਂ ਉਤਸ਼ਾਹ ਖਤਮ ਹੋ ਗਿਆ, ਹੌਲੀ ਹੌਲੀ ਰੱਕੜ ਬੱਕੜ ਬਣ ਗਿਆ, ਨਸ਼ਰਦਕ ਹੋ ਗਿਆ, ਤੇ ਬੁਢੇਪੇ ਦੀ ਤਰ੍ਹਾਂ ਹੁਣ ਆਸ ਹੀ ਮੁਕਾ ਕੇ ਬੈਠ ਗਿਆ ਹੈ। ਉਤਸ਼ਾਹ ਬਿਲਕੁਲ ਹੀ ਖਤਮ ਕਰੀ ਬੈਠਾ ਹੈ। ਨਾ ਅੰਮ੍ਰਿਤ ਵੇਲਾ ਹੈ, ਨਾ ਨਿਤਨੇਮ ਹੈ, ਨਾ ਕੋਈ ਸੇਵਾ, ਨਾ ਸਿਮਰਨ, ਨਾ ਮਨ ਦੀ ਸ਼ਰਧਾ ਹੈ ਕਿ ਪ੍ਰਮਾਤਮਾ ਨੂੰ ਮਿਲਣ ਲਈ ਤਾਂ ਘਰੋਂ ਨਿਕਲੇ ਸੀਗੇ ਤੇ ਹੋਰਨਾਂ ਪਾਸੇ ਧਿਆਨ ਖਿੰਡ ਗਿਆ ਹੈ। ਉਹ ਭੁੱਲੀ ਗਈ ਗੱਲ ਜਿਸ ਗੱਲ ਨੂੰ ਲੈ ਕੇ ਘਰ ਛੱਡਿਆ ਸੀਗਾ। ਤੋ ਇਸ ਲਈ ਨਾ ਕੋਈ ਵੈਰਾਗ, ਨਾ ਵਿਵੇਕ, ਨਾ ਸ਼ਰਧਾ, ਨਾ ਵਿਸ਼ਵਾਸ, ਨਾ ਕੋਈ ਭਰੋਸਾ, ਤੋ ਇੰਜ ਬੁਢੇਪਾ ਆ ਗਿਆ। ਅੱਜ ਕੱਲ੍ਹ ਕਰਦੇ ਹਾਂ ਕਾਲ ਵਿਆਪਿਆ, ਅੱਜ ਕਰਦੇ ਹਾਂ ਭਲਕੇ ਕਰਾਂਗੇ, ਇਉਂ ਕਾਲ ਆ ਜਾਂਦਾ। ਕਬੀਰ ਸਾਹਿਬ ਕਹਿੰਦੇ ਕਬੀਰ ਕਾਲ ਕਰੰਤਾ ਅਬੈ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੁ ਨਾ ਹੋਏਗਾ ਜੋ ਸਿਰ ਪਰ ਆਵੇ। ਸੀਜੈ ਜੋਬਨ, ਜਵਾਨੀ ਦੀ ਤਰ੍ਹਾਂ ਜਿਹੜੀ ਉਤਸ਼ਾਹ ਵਾਲੀ ਅਵਸਥਾ ਸੀ, ਪਹਿਲੀ ਅਵਸਥਾ ਗੁਰੂ ਦੇ ਨਾਲ ਮਿਲਾਪ ਦੀ, ਤੇ ਅੱਜ ਨਾ ਸੁੱਤੀ ਕੰਧ ਸਿਉ ਅੱਗ ਮੁੜੇ ਮੁੜ ਜਾਏ, ਤੇ ਰਾਤ ਵਿਹਾਵੀ ਸਾਖਤਾਂ ਜਿੰਨਾ ਵਿਸਰੈ ਨਾਉ। ਉਤਸ਼ਾਹ ਵਾਲੀਆਂ ਰਾਤਾਂ ਦਾ ਵਿਹਾ ਦਿੱਤੀਆਂ, ਉਮਰਾਂ ਬਤੀਤ ਕਰ ਦਿੱਤੀ। ਹੁਣ ਬੁਢੇਪਾ ਆ ਗਿਆ ਤੇ ਹੁਣ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਕਿਵੇਂ ਪ੍ਰਾਪਤ ਹੋ ਸਕਦਾ? ਤੇ ਇਸ ਲਈ ਬੁਢੇਪਾ ਤਾਂ ਫਿਰ ਮੌਤ ਦਾ ਨਾਮ ਹੀ ਹੈ। ਤੇ ਇਸ ਲਈ ਸਿਰ ਉੱਪਰ ਕਾਲ ਆ ਗਿਆ ਹੈ। ਕਾਇਆ ਚੀਜ਼ਾਂ ਭਈ ਸੇਵਾਲ। ਜਦ ਪਰਮੇਸ਼ਰ ਆਪਣੀ ਚੇਤਨ ਸੱਤਾ ਖਿੱਚ ਲੈਂਦਾ ਹੈ ਤਦ ਇਹ ਜਿਹੜੀ ਕਾਇਆ ਦੇਹ ਹੈ ਇਹ ਨਾਸ਼ ਹੋ ਜਾਂਦੀ ਹੈ, ਤੇ ਸਿਵਾਲ ਜਾਲੀ ਵੱਧ ਸੁੱਕ ਕੇ ਇਕੱਠੀ ਜਿਹੀ ਹੋ ਜਾਂਦੀ ਹੈ, ਜਿਸ ਤਰ੍ਹਾਂ ਛੋਟਾ ਜਿਹਾ ਨਿਆਣਾ ਹੋਵੇ। ਮਰਨ ਤੋਂ ਬਾਅਦ ਇਸ ਤਰ੍ਹਾਂ ਇਕੱਠੀ ਜਿਹੀ ਹੋ ਜਾਂਦੀ ਹੈ, ਜਾਂ ਅਮੰਗਲ ਰੂਪ ਹੋ ਜਾਂਦੀ ਹੈ, ਜਾਂ ਜਿਵੇਂ ਪਾਣੀ ਤੋਂ ਵੱਖਰਾ ਹੋ ਕੇ ਜਾਲਾ ਸੁੱਕ ਜਾਂਦਾ, ਕਿ ਉਹ ਚੇਤਨ ਸੱਤਾ ਰੂਪੀ ਪਾਣੀ ਤੋਂ ਬਗੈਰ ਦੇਹ ਸੁੱਕ ਕੇ ਜਾਲੀ ਵਰਗੀ ਹੋ ਜਾਂਦੀ ਹੈ, ਸੁੱਕ ਭਰੂਰੀ ਜੀ ਹੋ ਜਾਂਦੀ ਹੈ। ਜਾਪੈ ਆਪਾ ਪ੍ਰਭੂ ਤਿਹੁ ਲੋਏ। ਉਹ ਪਰਮੇਸ਼ਰ
ਤਿੰਨਾਂ ਲੋਕਾਂ ਸਵਰਗ ਲੋਕ, ਮਾਤ ਲੋਕ, ਪਤਾਲ ਆਦਿਕ ਲੋਕਾਂ ਦੇ ਵਿੱਚ ਨਾਮ ਜਪਣੇ ਕਰਕੇ ਆਪ ਹੀ ਵਿਆਪਕ ਜਾਣਿਆ ਜਾਂਦਾ ਹੈ। ਜੁਗ ਜੁਗ ਦਾਤਾ ਅਵਰ ਨ ਕੋਏ। ਪਰਮੇਸ਼ਰ ਤਿੰਨਾਂ ਜਾਗਰਤ ਸੁਪਨ ਸੁਖੂਬਤ ਅਵਸਥਾ ਨੂੰ ਪ੍ਰਕਾਸ਼ਣ ਵਾਲਾ ਹੈ। ਜੇ ਉਹਦੇ ਨਾਮ ਨੂੰ ਜਪੇ ਤੇ ਤਾਂ ਹੀ ਉਹਦਾ ਸਰੂਪ ਜਾਣਿਆ ਜਾਂਦਾ ਹੈ। ਜਪੈ ਆਪ ਪ੍ਰਭੂ ਤੇ ਲੋਏ, ਜੋ ਤਿੰਨਾਂ ਲੋਕਾਂ 'ਚ ਜਾਂ ਤਿੰਨਾਂ ਅਵਸਥਾ 'ਚ ਸਭ ਨੂੰ ਪ੍ਰਕਾਸ਼ਣ ਵਾਲਾ ਜੇ ਨਾਮ ਜਪੇ ਤਾਂ ਹੀ ਜਾਣਿਆ ਜਾਂਦਾ। ਜਾਂ ਜਿਵੇਂ ਹਵਾ ਦੇ ਚੱਲਣੇ ਕਰਕੇ ਸੂਰਜ ਦੇ ਅਗਲੋਂ ਬੱਦਲ ਪਾਸੇ ਹੋ ਜਾਂਦਾ, ਫਿਰ ਸੂਰਜ ਚਮਕ ਆਉਂਦਾ ਹੈ। ਇਸੇ ਪ੍ਰਕਾਰ ਜੇਕਰ ਪਰਮੇਸ਼ਰ ਦਾ ਨਾਮ ਜਪਣ ਰੂਪ ਹਵਾ ਵਗਣ ਲੱਗ ਪਵੇ ਤਾਂ ਦੇਹ ਦੇ ਰੂਪੀ ਬੱਦਲ ਪਾਸੇ ਹੋ ਜਾਂਦਾ, ਫਿਰ ਆਪ ਹੀ ਸੂਰਜ ਦੀ ਨਿਆਈ ਪਰਮੇਸ਼ਰ ਜਾਪੈ ਆਪ ਪ੍ਰਭੂ ਤੇ ਲੋਏ ਪ੍ਰਮਾਤਮਾ ਤਿੰਨਾਂ ਲੋਕਾਂ ਨੂੰ ਪ੍ਰਕਾਸ਼ਣ ਵਾਲਾ ਜਾਣਿਆ ਜਾਂਦਾ ਹੈ। ਫਿਰ ਉਹ ਵਾਹਿਗੁਰੂ ਜੁਗ ਜੁਗ ਦਾਤਾ, ਜੁਗਾਂ ਜੁਗਾਂ ਵਿੱਚ ਦਾਤਾਂ ਦੇਣ ਵਾਲਾ ਇੱਕੋ ਹੀ ਦੇਸ ਆਉਂਦਾ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਪਹਿਲਾਂ ਸਾਡੇ ਮਨ 'ਚ ਭੁਲੇਖਾ ਹੈ ਕਿ ਸਾਨੂੰ ਫਲਾਣਾ ਦੇ ਰਿਹਾ, ਫਲਾਣਾ ਸਾਡੀ ਪਾਲਣਾ ਕਰ ਰਿਹਾ, ਪਰ ਜਦ ਵਾਹਿਗੁਰੂ ਦੀ ਕਿਰਪਾ ਹੋ ਜਾਏ ਤਾਂ ਬੀਬੀ ਰਜਨੀ ਦੀ ਤਰ੍ਹਾਂ ਜਿਵੇਂ ਵਿਸਾਖੀ ਵਾਲੇ ਦਿਨ ਉਹਦੇ ਕੋੜੀ ਪਤੀ ਉੱਪਰ ਵਾਹਿਗੁਰੂ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਉਹਦਾ ਪਤੀ ਰਾਜੀ ਹੋ ਗਿਆ, ਉਹਦੇ ਭਰੋਸੇ ਨੂੰ ਭਾਗ ਲੱਗ ਗਿਆ। ਇਸ ਤਰ੍ਹਾਂ ਫਿਰ ਨਿਸ਼ਚਾ ਹੋ ਜਾਂਦਾ ਇਹ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋੜ ਨਾ ਆਵੇ, ਅਗਣਤ ਭਰੇ ਭੰਡਾਰ। ਅੱਜ ਵੀ ਬੀਬੀ ਰਜਨੀ ਭੈਣਾਂ ਨੂੰ, ਬੀਬੀਆਂ ਨੂੰ ਆਵਾਜ਼ਾਂ ਮਾਰ ਰਹੀ ਹੈ ਵੀ ਆਓ ਭੈਣੋ, ਤੁਸੀਂ ਕਬਰਾਂ ਮੜੀਆਂ ਤੇ ਕੀ ਐਵੇਂ ਆਪ ਦਾ ਸਮਾਂ ਖਰਾਬ ਕਰ ਰਹੇ ਹੋ। ਤੁਸੀਂ ਆਪਦੇ ਪਤੀ ਦੀ, ਬੱਚਿਆਂ ਦੀ ਸੁੱਖ ਚਾਹੁੰਦੇ ਹੋ, ਤੁਹਾਡੇ ਹੱਥ ਵਿੱਚ ਕਹਿੰਦੇ ਬਰਕਤ ਨਹੀਂ ਹੈ, ਬਰਕਤ ਚਾਹੁੰਦੇ ਹੋ, ਘਰ ਵਿੱਚ ਰਿੱਧੀਆਂ ਸਿੱਧੀਆਂ ਹੋਣ, ਕਿਸੇ ਚੀਜ਼ ਦਾ ਘਾਟਾ ਨਾ ਹੋਵੇ। ਆਓ ਮੈਂ ਤੁਹਾਨੂੰ ਗੁਰੂ ਰਾਮਦਾਸ ਦੇ ਚਰਨ ਦਿਖਾਵਾਂ। ਇੱਧਰ ਆਓ, ਪਹਿਲਾਂ ਇਸ਼ਨਾਨ ਕਰੋ ਦੁੱਖ ਭੰਜਨੀ ਬੇਰੀ ਹੇਠ, ਫਿਰ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਤੇ ਹਾਜ਼ਰੀ ਲਵਾਓ, ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ, ਕਿਉਂ ਨਾ ਮਹਾਰਾਜ ਤੁਹਾਡੇ ਘਰਾਂ ਨੂੰ ਭਾਗ ਲਾਏਗਾ। ਉਹ ਅੱਜ ਵੀ ਦੁੱਖ ਭੰਜਨੀ ਬੇਰੀ ਹੇਠ ਆਵਾਜ਼ਾਂ ਮਾਰ ਰਹੀ ਹੈ ਸਭ ਸੰਸਾਰ ਨੂੰ ਕਿ ਪ੍ਰਮਾਤਮਾ ਤੇ ਨਿਸ਼ਚਾ ਰੱਖੋ, ਭਰੋਸਾ ਰੱਖੋ। ਜੁਗ ਜੁਗ ਦਾਤਾ, ਜੁਗਾਂ ਜੁਗਾਂ ਦੇ ਵਿੱਚ ਇੱਕੋ ਵਾਹਿਗੁਰੂ ਹੀ ਦਾਤਾ ਦਿੰਦਾ ਆ ਰਿਹਾ ਹੈ, ਹੁਣ ਵੀ ਉਹੀ ਦਾਤਾ ਹੈ, ਅਵਰ ਨਾ ਕੋਈ। ਉਸ ਤੋਂ ਬਗੈਰ ਹੋਰ ਕੋਈ ਦਾਤਾ ਦੇਣ ਵਾਲਾ ਨਹੀਂ ਹੈ। ਕੋਈ ਦੂਜਾ ਹੋਵੇ ਸੋ ਅਵਰੋ ਕਹੀ ਹੈ, ਕੋਈ ਦੂਜਾ ਹੋਵੇ ਤਾਂ ਹੀ ਕਹਿ ਕੇ ਦਸੀਏ। ਉਹ ਤੋਂ ਬਗੈਰ ਹਰਿਮੰਦਰ ਸਾਹਿਬ ਦੁੱਖ ਭੰਜਨੀ ਬੇਰੀ ਤੋਂ ਬਗੈਰ ਕੋਈ ਅਸਥਾਨ ਵਿੱਚ ਹੋਰ ਕੋਈ ਹੈ ਹੀ ਨਹੀਂ ਹੈ, ਉਹੀ ਵਾਹਿਗੁਰੂ ਹੈ। ਜਿਉ ਪਾਵੈ ਤਿਉ ਰਾਖਹੁ ਰਾਖ। ਇਹ ਪਾਂਡੇ ਪਰਮੇਸ਼ਰ ਦੇ ਸਨਮੁਖ ਇੰਝ ਬੇਨਤੀ ਕਰ ਕਿ ਹੇ ਵਾਹਿਗੁਰੂ, ਜਿਵੇਂ ਤੈਨੂੰ ਪਾਉਂਦਾ ਤਿਵੇਂ ਰਜਾ ਦੇ ਵਿੱਚ ਰੱਖ ਕੇ ਸਿਮਰਨ ਕਰਨ ਦੇ ਵਿੱਚ ਚਿੱਤ ਦੀ ਬਿਰਤੀ ਸਾਡੀ ਰੱਖਣਾ ਕਰ। ਜਿਉਂ ਭਾਵੈ ਤਿਉਂ ਰਾਖ, ਹਰ ਪ੍ਰਭ ਤੇਰੀਆ ਕੀਤੇ ਗਨੁ ਅਸੰਖ ਅਵਗਣ ਮੇਰਿਆ। ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁਲੀਐ। ਮੋਹ ਮਗਨ ਬਿਕਰਾਲ ਮਾਇਆ, ਤੋ ਪ੍ਰਸਦ ਦੀ ਘੋਲੀਐ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੀਰਹੁ ਤੇ ਨੀਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰਿਆ। ਜਿਵੇਂ ਤੈਨੂੰ ਪਾਉਂਦਾ ਤਿਵੇਂ ਸਾਡੀ ਚਿੱਤ ਦੀ ਬਿਰਤੀ, ਬਸ ਇੱਕੋ ਹੀ ਅਰਦਾਸ ਹੈ ਵੀ ਸਿਮਰਨ 'ਚ ਰੱਖ। ਇਸੇ ਤਰ੍ਹਾਂ ਜਿਉ ਭਾਵੈ ਤਿਉ ਰਾਖਹੁ ਰਾਖ। ਰੱਖਿਆ ਕਰਨ ਵਾਲਾ ਹੋ ਕੇ ਸਾਨੂੰ ਰੱਖਣਾ ਕਰ ਆਪ ਦੇ ਗੁਰਦੁਆਰੇ ਦੇ ਅੰਦਰ। ਵਿਕਾਰਾਂ ਤੋਂ ਸਾਡਾ ਮਨ ਬਚਿਆ ਰਹੇ। ਸੰਗਤ 'ਚ ਕੁਦਰਤੀ ਬੰਦਾ ਬੁਰੇ ਕੰਮਾਂ ਤੋਂ ਬਚਿਆ ਰਹਿੰਦਾ। ਜਿਹੜੇ ਤੇਰੇ ਰੱਖੇ ਹੋਏ ਨੇ, ਕਿਉਂਕਿ ਉਹਨਾਂ ਦੀ ਤੂੰ ਆਪ ਰੱਖਿਆ ਕੀਤੀ ਆ, ਭਾਈ ਜੋਗਾ ਸਿੰਘ ਵਰਗੇ ਗੁਰਮੁਖਾਂ ਦੀ, ਤੇ ਉਹਨਾਂ ਦੀ ਸੰਗਤ ਦੇ ਕੇ ਮੈਨੂੰ ਵੀ ਰੱਖਣਾ ਕਰ। ਹੇ ਵਾਹਿਗੁਰੂ ਜੀ,
ਸਾਧ ਸੰਗਤ ਕੈ ਚੱਲੀ ਰੇ। ਸੰਗਤ ਦੇ ਝੱਲ ਵਿੱਚ, ਸੰਗਤ ਦੀ ਬਾਉਂਡਰੀ ਲਾਈਨ 'ਚ, ਸੰਗਤ ਦੇ ਤੰਬੂ ਦੇ ਵਿੱਚ, ਸੰਗਤ ਦੇ ਘਰ ਦੇ ਵਿੱਚ ਸਾਨੂੰ ਰੱਖਣਾ ਕਰ। ਉਧਰ ਵੀ ਸਿਕਿਉਰਿਟੀ ਗਾਰਡ ਖਲੋਤਾ, ਇੱਧਰ ਵੀ ਖਲੋਤਾ। ਤੇ ਜੇ ਆਪਾਂ ਇਕੱਲੇ ਰਹੀਏ ਫਿਰ ਗਾਰਡ ਕਿੱਥੋਂ ਲਿਆਈਏ? ਕੁਦਰਤੀ ਸਾਰੇ ਮਹਾਰਾਜ ਦੇ ਗਾਰਡ ਹੀ ਨੇ ਜੋ ਸਾਨੂੰ ਵਾਚ ਕਰ ਰਹੇ ਨੇ। ਤੇ ਕੁਦਰਤੀ ਆਪਣੇ ਆਪ ਹੀ ਬਿਨਾਂ ਸੋਚਣ ਤੋਂ ਹੀ ਜੀਵਨ ਉੱਚਾ ਸੁੱਚਾ ਰਹਿੰਦਾ ਹੈ। ਇਹੋ ਮਹਾਰਾਜ ਤੇਰੇ ਚਰਨਾਂ 'ਚ ਹੀ ਬੇਨਤੀ ਹੈ ਕਿ ਤੂੰ ਆਪਦੇ ਚਰਨਾਂ 'ਚ ਰੱਖ, ਜਿੱਥੇ ਹਮੇਸ਼ਾ ਹੀ 24 ਆਵਰ ਸਿਕਿਉਰਿਟੀ ਹੈ ਸਾਡੇ ਜੀਵਨ ਦੀ। ਆਪਦੀ ਐਸੀ ਕਿਰਪਾ ਕਰ, ਜਿਉਂ ਭਾਵੇਂ ਤਿਉਂ ਰੱਖ ਲੈ। ਹਮ ਸਰਨ ਪ੍ਰਭ ਆਏ ਰਾਮ ਰਾਜੇ, हम भूल बिगाड़े दिन सराज, हर लाज रखाई। हम बारक तू गुर पिता है, दे मत समझाए। जिवें माँ प्यो बच्चे दे सुते पे दे मूँह तो कपड़ा लाला वेंदे ने ते उठ उठ वेंदे ने भी कित्थे कोई किवें रह रहा, किवें बैठा, किवें खलोता, किवें सुता होया। ਤੇ ਆਪਾਂ ਸੋਚਦੇ ਪਤਾ ਨਹੀਂ ਅਸੀਂ ਮਾਂ ਪਿਓ ਦੀ ਰੱਖਿਆ ਕਰਦੇ ਹਾਂ ਜਾਂ ਸੇਵਾ ਕਰਦੇ ਹਾਂ। ਇਹੀ ਮਨ 'ਚ ਭੁਲੇਖਾ ਵੀ ਪਤਾ ਨਹੀਂ ਆਪਾਂ ਗੁਰੂ ਸਾਹਿਬ ਦੇ ਸੇਵਾਦਾਰ। ਪਰ ਮਹਾਰਾਜ ਰਖਵਾਲਾ ਗੋਬਿੰਦ ਰਾਏ ਉਹ ਸਾਡਾ ਰੱਖਿਆ ਕਰਨ ਵਾਲਾ ਹੈ, ਗੋਬਿੰਦ ਰਾਜਾ ਹੈ। ਭਗਤਨ ਕੀ ਰਾਸ, ਭਗਤਾਂ ਦੀ ਰਾਸ ਪੂੰਜੀ ਹੈ। ਤੇ ਇਸ ਲਈ ਮਹਾਰਾਜ ਸਾਡੀ ਸੇਵਾ ਕਰ ਰਿਹਾ ਮਾਂ ਪਿਓ ਦੀ ਤਰ੍ਹਾਂ। हम बारक तू गुर पिता है, तू गुरु पिता है, असी बच्चों की तरह है। हम बारक तू गुर पिता है, हर लाज रखाए। जा नानक दास हर खंडिया, हर लाज रखाए। हम बारक तू गुर पिता है, दे मत समझाए। सानू बुद्धि दे, सानू मत दे, क्योंकि मत सुमत तीरे बस स्वामी। हम जंत तू पुरख जंतैनी, जन नानक के प्रभ करते स्वामी। जो भावें तिवें बुलैनी। बहना किवें है, खलोना किवें है, रहना किवें है, किसी नाल बोलना किवें है, किवें पेश आउणा, सारा कुछ तू सानू समझा, मत बख्शिए। तो ये सच्चे पातशाह, ये जगत दे विच माया बड़ी प्रबल है। इहदे झोलियां तो किरपा करके सानू बचा के रखना कर जी। जन नानक दास खंडिया, हर लाज रखाए। इस लई महाराज जिवें भी तैनू भाउंदा है तिवें हे परमेश्वर आपदी संगत विच मैनू रखना कर जियो। जस जाचो देवै पद साखा। हे परमेश्वर मैं आप जी का जस कीर्तन भजन करना मंगदा हाँ, किरपा करो जी। मंगो दान ठाकुर नाम। हे मेरे ठाकुरा, ते मेरे ठाकुरा तेरी अगे अरदास। ये बजुर्ग धारना पढ़ते होंगे, तू ठाकुर तू पै अरदास। जियो पिंड सब तेरी रास, तू मात पिता हम बारक तेरे। तुमरी कृपा में सुख नेरे, कोई न जाने तुमरा अंत। ऊंचे ते ऊंचा भगवंत, सगल समगरी तुमरे सूत्र धारी। तुम दे होए सुआज्ञाकारी, तुमरी गात में तुम ही जानी। नानक दास दा कुर्बानी, हमरा ठाकुर सब ते ऊंचा। रहन दिनस दिस गाँवों रे, तू ही साडा ठाकुर मालक है। मांगो दान ठाकुर नाम। ये ठाकुरा मैं तेरे पासों नाम का दान मांगदा। अवर कछु मेरे संग ना चल, क्योंकि होर कुछ मेरे मरण तो बाद नाल नहीं जाना। मिला कृपा गुण गाम, आपकी कृपा होए ते मैनू गुण गाउणे तेरे घर विचों प्राप्त होण जी। गुण गाउण दी दात, विसरना ही दातार अपना नाम देहो। गुण गावां दिन रात, नानक चाओ एहो मेरे मन च हमेशा ही। जिस तरह विआह वाले मुंडे नूं आपदे विआह दा चाह हुंदा है, इहो मैनूं चाह बनिया रहे, उत्साह बनिया रहे भी मैं महाराज की प्राप्ति करनी है। तो इंज ये सच्चे पातशाह जीओ जिवें तैनूं पाउंदा तिवें नाम दे के कीर्तन की दात, भजन की दात, कथा विचार, पाठ
ਸਿਮਰਨ ਭਜਨ ਦੀ ਦਾਤ ਦੇ ਕੇ ਸਾਨੂੰ ਆਪ ਦੀ ਸੰਗਤ ਵਿੱਚ ਰੱਖਣਾ ਕਰ ਇੱਥੇ ਹੀ ਬਣਾਈ ਰੱਖ ਜੀਓ। ਜਸ ਜਾਚੋ ਦੇਵੈ ਪਤ ਸਾਖਾ। ਇਹ ਗੁਰਮੁਖਾ ਤੂੰ ਭਜਨ ਸਿਮਰਨ ਕਰਨਾ ਮੰਗਦਾ ਹੈ, ਕਾਹਦੇ ਵਾਸਤੇ ਮੰਗ ਰਿਹਾ? ਕਹਿੰਦੇ ਦੇਵੈ ਪਤ ਸਾਖ। ਜੋ ਲੋਕ ਇਸ ਲੋਕ ਦੇ ਵਿੱਚ ਪਤ ਇੱਜ਼ਤ ਤੇ ਪਰਲੋਕ ਦੇ ਵਿੱਚ ਰੱਖਿਆ ਕਰਨ ਵਾਸਤੇ ਸਾਖ ਉਗਾਹੀ ਦੇਵੇਗਾ। ਜਿਸ ਤਰ੍ਹਾਂ ਆਇਡੈਂਟੀ ਕਾਰਡ ਹੁੰਦਾ, ਕੋਈ ਵੀ ਆਈਡੀ ਪ੍ਰੂਫ, ਆਇਡੈਂਟੀਫਿਕੇਸ਼ਨ ਪ੍ਰੂਫ ਹੁੰਦਾ, ਇਉਂ ਪਹਿਚਾਣ ਦੇਵੇਗਾ। ਜੇ ਜਪਜੀ ਸਾਹਿਬ ਦਾ ਪਾਠ ਹੀ ਨਹੀਂ ਯਾਦ ਤਾਂ ਫਿਰ ਸਿੱਖ ਦੀ ਪਹਿਚਾਣ ਕਿਵੇਂ ਹੋਏਗੀ? ਤੋ ਇਸ ਲੋਕ ਦੇ ਵਿੱਚ ਇੱਜ਼ਤ ਦੇਵੇਗਾ, ਪਰ ਲੋਕ ਵਿੱਚ ਉਗਾਹੀ ਭਰੇਗਾ ਸਾਡੀ। ਇਸ ਲਈ ਜਸ ਜਾਚੋ, ਮੈਂ ਤੇਰਾ ਕਥਾ ਕੀਰਤਨ ਬਾਣੀ ਪਾਠ ਹੋ ਜਸ ਕਰਨਾ ਮੰਗਦਾ ਹਾਂ ਜੀ। ਜਾਗਤ ਜਾਗ ਰਹਾ ਤੁਧ ਪਾਵਾ। ਇਹ ਪਰਮੇਸ਼ਰ ਜੇ ਤੈਨੂੰ ਭਾ ਜਾਵਾਂ ਜਾਂ ਤੇਰੀ ਭਾਵਨਾ ਹਿਰਦੇ ਵਿੱਚ ਹੋਵੇ ਤਾਂ ਫਿਰ ਗਿਆਨ ਅਵਸਥਾ ਵਿੱਚ ਜਾਗਣ ਵਾਲੇ ਸੰਤਾਂ ਭਗਤਾਂ ਦੀ ਸੰਗਤ ਕਰਕੇ ਮੈਂ ਵੀ ਅਵਿਦਿਆ ਰੂਪ ਨੀਂਦ ਨੂੰ ਤਿਆਗ ਕੇ ਗਿਆਨ ਅਵਸਥਾ ਵਿੱਚ ਜਾਗਦਾ ਰਹਾ। ਜਾਂ ਤੂੰ ਮਿਲਾ ਹੈ ਤਾਂ ਤੁਝੈ ਸਮਾਵਾ। ਇਹ ਪਰਮੇਸ਼ਰ ਜਾਂ ਤੂੰ ਸਤਿਗੁਰਾਂ ਦੇ ਨਾਲ ਮੈਨੂੰ ਮੇਲ ਦੇਵੇਂ ਤਦ ਹੀ ਗੁਰੂ ਉਪਦੇਸ਼ ਨੂੰ ਕਮਾ ਕੇ ਮੈਂ ਤੇਰੇ ਵਿੱਚ ਸਮਾ ਸਕਦਾ ਹਾਂ ਜੀ। ਜੈ ਜੈਕਾਰ ਜਪੋ ਜਗਦੀਸ਼। ਇਹ ਜਗਦੀਸ਼ ਮਾਲਕ ਪਰਮੇਸ਼ਰ ਮੈਂ ਤੇਰਾ ਹੀ ਜੈ ਜੈਕਾਰ ਕਰਾਂ ਤੇ ਤੇਰਾ ਹੀ ਜਾਪ ਜਪਣਾ ਕਰਾਂ। ਇਸ ਤਰ੍ਹਾਂ ਇਹ ਪਾਂਡੇ ਗੁਰਮਤਿ ਮਿਲਿਆ 20 21। ਗੁਰ ਸਿੱਖਿਆ ਦੁਆਰਾ 20 ਵਿਸਵੇ ਜਿਸਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। 20 ਵਿਸਵੇ ਭਾਵ ਨਿਸ਼ਚੈ ਕਰਕੇ ਇੱਕ ਈਸ਼ਰ ਦੇ ਨਾਲ ਮਿਲ ਪਈਦਾ ਹੈ। ਜਿਵੇਂ 20 ਵਿਸ਼ਿਆਂ ਦਾ ਵਿਗਾ ਹੁੰਦਾ ਹੈ, ਇਸ ਪ੍ਰਕਾਰ 20 ਵਿਸਵੇ ਭਾਵ ਨਿਸ਼ਚੈ ਕਰਕੇ ਇੱਕ ਈਸ਼ਰ ਦੇ ਨਾਲ ਮਿਲ ਜਾਈਦਾ। ਜਾਂ 20 ਭਾਵ ਵਿਸ ਸਮੂਹ ਜੋ ਸੰਸਾਰ ਹੈ, ਇਹਦੇ ਵਿੱਚ ਰਹਿੰਦੇ ਹੋਏ ਗੁਰਸਿੱਖਿਆ ਦੁਆਰਾ ਇੱਕ ਈਸ਼ਰ ਨਾਲ ਮਿਲ ਜਾਈਦਾ ਹੈ। ਝਾਕ ਬੋਲਣ ਕਿਆ ਜਗ ਸਿਉ ਬਾਦ। ਜਿਹੜਾ ਗੁਰਬਾਣੀ ਪੜ੍ਹਨ ਤੋਂ ਇਲਾਵਾ ਐਵੇਂ ਝੱਖਾ ਮਾਰੀ ਜਾਣੀਆਂ, ਕਦੀ ਕਿਸੇ ਕੋਲ ਖਲੋ ਕਦੀ ਕਿਸੇ ਕੋਲ ਖਲੋ, ਵਿਅਰਥੀ ਬੋਲਣ ਵਾਲਾ ਸੰਸਾਰ ਹੈ, ਇਹਦੇ ਨਾਲ ਸ਼ੋਭਤ ਕਰਨੀ। ਇਹ ਸੰਸਾਰ ਦੇ ਨਾਲ ਝਗੜੇ ਕਰਨ ਦਾ ਭਲਾ ਕੀ ਫਾਇਦਾ ਹੈ? ਦੁਨੀਆ ਤਾਂ ਲੱਭਦੀ ਹੈ ਵੀ ਕੋਈ ਝਗੜੇ ਵਾਲਾ ਬੰਦਾ ਲੱਭੇ, ਮੁੱਲ ਖਰੀਦਦੀ ਹੈ ਝਗੜਾ। ਤੋ ਆਪਣਾ ਜਸ ਕਿਸੇ ਦੀ ਨਿੰਦਿਆ ਆਦਿ ਝੱਖਾਂ ਕਾਹਦੀਆਂ ਮਾਰਨੀਆਂ? ਵਿਅਰਥ ਜਿਵੇਂ ਫਜ਼ੂਲ ਬੋਲਾਂ ਦਾ ਬੋਲਣ, ਲੜਾਈ ਮੁੱਲ ਲੈਣ ਦੀ ਤਰ੍ਹਾਂ। ਇਸ ਲਈ ਕਿਉਂ ਕਿਸੇ ਨੂੰ ਇੱਕ ਦੂਜੇ ਕੋਲ ਬੁਰਾ ਕਹਿਣਾ? ਇਸ ਲਈ ਵਿਅਰਥ ਬੋਲ ਕੇ ਸੰਸਾਰ ਦੇ ਨਾਲ ਕਾਹਤੋਂ ਝਗੜਾ ਪਾਉਣਾ ਹੈ? ਤੋ ਝਗੜਾ ਨਹੀਂ ਪਾਉਣਾ ਚਾਹੀਦਾ। ਜਿੱਥੇ ਜਾਏ ਬਹੀਏ ਭਲਾ ਕਹੀਏ, ਜਿੱਥੇ ਜਾ ਕੇ ਬੈਠੋ ਤੇ ਭਲਾ ਹੀ ਕਹੋ। 100 ਦੇ ਵਿੱਚੋਂ 99 ਜਿਹੜੇ ਘਰ ਨੇ ਉਹ ਸਕੀ ਮਾਂ ਦੇ ਉਲਟੀ ਸਿੱਖਿਆ ਕਰਕੇ ਧੀਆਂ ਦੇ ਉੱਜੜ ਜਾਂਦੇ ਨੇ। ਹੁਣ ਅਗਲੇ ਨੂੰ ਵਿਆਹ ਤਾਂ ਉਹ ਆਪਦੇ ਘਰ ਰਾਜੀਰੇ ਨੂੰ ਸਿੱਖਿਆ ਦਿਓ ਵੀ ਜਿਸ ਤਰ੍ਹਾਂ ਵੀ ਹੋਵੇ ਤੂੰ ਆਪ ਦਾ ਆਪ ਸਾਂਭ ਤੇ ਆਪਣੇ ਹਿਸਾਬ ਕਿਤਾਬ ਨਾਲ ਰਹੋ। ਤੇ ਇਸ ਵਾਸਤੇ ਜਦੋਂ ਇੱਕ ਦੂਜੇ 'ਚ ਆਪਾਂ ਗੱਲਬਾਤ ਦਖਲ ਕਰਦੇ ਹਾਂ ਤਾਂ ਫਿਰ ਝਗੜਾ ਖੜਾ ਹੋ ਜਾਂਦਾ ਹੈ। ਜੇ ਕੋਈ ਬੰਦਾ ਕਿਤੇ ਗਿਆ ਹੈ ਤਾਂ ਉੱਥੇ ਜਾ ਕੇ ਝਗੜੇ ਵਾਲੀ ਗੱਲ ਕਾਹਤੋਂ ਕਰਨੀ ਹੈ? ਕਿਉਂ ਕਿਸੇ ਦੇ ਘਰ ਝਗੜਾ ਪਾਉਣਾ? ਕਿਸੇ ਸਭਾ 'ਚ, ਕਿਸੇ ਸੁਸਾਇਟੀ 'ਚ ਅੱਜ ਕੱਲ੍ਹ ਸਰਕਾਰਾਂ ਵੀ ਇਸ ਗੰਦੀ ਨੀਤੀ 'ਤੇ ਚੱਲ ਰਹੀਆਂ ਹਨ। ਉਹ ਆਪਦੇ ਡੁਪਲੀਕੇਟ ਬੰਦੇ ਭੇਜ ਕੇ ਹਰੇਕ ਜਗ੍ਹਾ 'ਤੇ ਝਗੜਾ ਖੜਾ ਕਰ ਦਿੰਦੀਆਂ, ਲੋਕਾਂ ਦਾ ਧਿਆਨ ਪਲਟਾ ਦਿੰਦੀਆਂ ਨੇ। ਤੇ ਇਸ ਲਈ ਮਹਾਰਾਜ ਕਹਿੰਦੇ ਵੀ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹੋ। ਕਿਸੇ ਕੋਲ ਅੱਜ ਕੱਲ੍ਹ ਦੇ ਜ਼ਮਾਨੇ 'ਚ ਬਹਿਣਾ ਖਲੋਣਾ ਵੀ 90 ਦਾ ਘਾਟਾ ਹੈ। ਆਪਦੇ ਮਤੇ 'ਚ ਬੰਦਾ ਰਹੇ ਤੇ ਪੂਰੇ 100 ਦਾ 100 ਲਾਭ ਹੈ। ਜੇ ਕਿਤੇ ਮਾੜੇ ਕਰਮਾਂ ਨੂੰ ਖਲੋ ਗਿਆ ਜਾਂ ਬਹਿ ਗਿਆ, ਭਾਵੇਂ ਕੁਛ ਵੀ ਨਹੀਂ ਕੀਤਾ ਤੇ ਤਾਂ ਵੀ ਘਾਟਾ ਹੀ ਘਾਟਾ ਹੈ। ਇਸ ਲਈ
ਕਾਹਤੋਂ ਝਗੜਾ ਕਰਨਾ ਹੈ। ਜਿੱਥੇ ਜਾਏ ਬਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਗੁਣਾ ਕਾਹੂ ਹੈ ਵਾਸਲਾ, ਕੱਢ ਵਾਸ ਲਈਜੈ। ਝੂਰ ਮਰੈ ਦੇਖੈ ਪਰਮਾਦ। ਜਿਹੜਾ ਪੁਰਖ ਆਪਣੇ ਆਪ ਨੂੰ ਹੰਕਾਰ ਨਾਲ ਵੇਖਦਾ ਹੈ ਕਿ ਮੈਂ ਵੱਡਾ ਹਾਂ, ਦੂਜਾ ਛੋਟਾ ਹੈ, ਉਹ ਝੁਰ ਝੁਰ ਕੇ ਮਰਦੇ ਨੇ। ਜੋ ਗੁਰਾਂ ਦੁਆਰਾ ਪਰਮਾਦੀ ਸਰੂਪ ਨੂੰ ਵੇਖ ਲੈਂਦਾ, ਉਹਨੂੰ ਚੁਰਾਉਣ ਵਾਲੇ ਸਾਰੇ ਚੋਰੇ ਮਰ ਜਾਂਦੇ ਹਨ। ਜਨਮ ਮੋਏ ਨਹੀਂ ਜੀਵਨ ਆਸਾ। ਜੋ ਜਨਮ ਤੋਂ ਲੈ ਕੇ ਜੀਵਤ ਭਾਵ ਮੁੱਲੋਂ ਮਰ ਗਏ ਨੇ, ਉਹਨਾਂ ਨੇ ਕਦੇ ਵੀ ਦੁਨੀਆ ਵਿੱਚ ਜੀਉਣ ਦੀ ਆਸਾ ਨਹੀਂ ਰੱਖੀ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੈ ਸਾਸਤਰ ਰਾਸ। ਜਾਂ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਸੀ ਤਰ੍ਹਾਂ, ਜਨਮ ਮੋਏ ਨਹੀਂ ਜੀਵਨ ਆਸਾ। ਜੀਵਨ ਰੂਪ ਚੇਤਨ ਬ੍ਰਹਮ ਦੀ ਪ੍ਰਾਪਤੀ ਦੀ ਆਸਾ ਇੱਛਾ ਹੈ, ਉਹ ਮੁੜ ਕੇ ਜੰਮਦੇ ਮਰਦੇ ਨਹੀਂ ਹਨ। ਜਾਂ ਜਿਨ੍ਹਾਂ ਨੂੰ ਜੀਵਨ ਰੂਪ ਚੇਤਨ ਬ੍ਰਹਮ ਦੀ ਪ੍ਰਾਪਤੀ ਦੀ ਇੱਛਾ ਨਹੀਂ ਹੈ, ਉਹ ਜੰਮਦੇ ਮਰਦੇ ਨੇ। ਆਏ ਚਲੇ ਭਏ ਆਸਨ ਰਸਾ। ਜੋ ਜਨਮ ਧਾਰ ਕੇ ਦੁਨੀਆ 'ਚ ਆਏ ਸੀ, ਉਹ ਮਰ ਕੇ ਜੂਨਾ ਚਲੇ ਗਏ ਤੇ ਵਾਹਿਗੁਰੂ ਦੀ ਪ੍ਰਾਪਤੀ ਦੀ ਆਸਾ ਤੋਂ ਨਿਰਾਸ਼ ਹੋ ਕੇ ਚਲੇ ਗਏ ਹਨ। ਇਸੇ ਪ੍ਰਕਾਰ ਆਏ ਚਲੇ ਭਏ ਆਸਨ ਰਸਾ। ਜੋ ਪੁਰਖ ਦੁਨੀਆ ਦੀ ਆਸਾ ਤੋਂ ਨਿਰਾਸ਼ੇ ਹੋ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਨੇ, ਉਹਨਾਂ ਦਾ ਜੰਮ ਕੇ ਆਉਣਾ ਤੇ ਮਰ ਕੇ ਜਾਣਾ, ਜੰਮਣਾ ਮਰਨਾ, ਇਹ ਦੋਵੇਂ ਨਿਵਰਤ ਹੋ ਗਿਆ ਹੈ। ਇਸੇ ਪ੍ਰਕਾਰ ਆਏ ਚਲੇ ਭਏ ਆਸਨ ਰਸਾ। ਜੋ ਪੁਰਖ ਦੁਨੀਆ ਦੀ ਆਸਾ ਤੋਂ ਰਹਿਤ ਹੋ ਗਏ ਨੇ, ਉਹਨਾਂ ਨਿਰਾਸ਼ੇ ਪੁਰਖ ਨੂੰ ਸਰੂਪ ਦੀ ਪ੍ਰਾਪਤੀ ਹੋ ਗਈ ਹੈ ਤੇ ਉਹਨਾਂ ਦਾ ਆਉਣਾ ਜਾਣਾ ਨਿਵਰਤ ਹੋ ਗਿਆ ਹੈ। ਝੁਰ ਝੁਰ ਚੱਕ ਮਾਟੀ ਰਲ ਜਾਏ। ਜਿਹੜਾ ਪੁਰਖ ਜਗਤ ਦੀ ਆਸਾ ਵਿੱਚ ਫਸਿਆ, ਝੋਰਿਆਂ ਦੇ ਵਿੱਚ ਝੁਰਦਾ ਹੋਇਆ, ਝੱਖਾ ਮਾਰਦਾ, ਵਿਅਰਥ ਬੋਲਦਾ ਰਹਿੰਦਾ ਹੈ, ਉਹ ਮਿੱਟੀ 'ਚ ਰਲ ਮਿਲ ਜਾਂਦੇ ਨੇ। ਭਾਵ ਝਗੜੇ ਕਰਨ ਵਾਲੇ ਦੇ ਪੱਲੇ ਕੱਖ ਵੀ ਨਹੀਂ ਪੈਂਦਾ। ਤੁਸੀਂ ਵੇਖੋ, ਦੁਰਯੋਧਨ ਦੇ ਨਾਲੋਂ ਤਾਂ ਆਪਾਂ ਵੱਡੇ ਨਹੀਂ ਹਾਂ। ਵੱਡੇ ਹਾਂ ਬਿਲਕੁਲ ਨਹੀਂ। ਕਿੱਡੇ ਕਿੱਡੇ ਸਿਆਣੇ ਉੱਥੇ ਪੰਡਿਤ ਹੀ ਮਰੇ ਸੀ, ਵਿਦਵਾਨ ਤੇ ਸੂਰਬੀਰ, ਮਾੜੇ ਮੋਟੇ ਬੰਦੇ ਨਹੀਂ ਉੱਥੇ ਮਰੇ। ਕੁਰਕਸ਼ੇਤਰ ਦੇ ਮੈਦਾਨ ਦੇ ਵਿੱਚ ਕਿੰਨਾ ਘਾਣ ਹੋਇਆ ਸਿਰਫ ਝਗੜੇ ਕਰਕੇ। ਜੇ ਸਹਿਮਤੀ ਕਰ ਲੈਂਦੇ, ਆਪਸ ਵਿੱਚ ਬੈਠ ਕੇ ਕ੍ਰਿਸ਼ਨ ਦੀ ਗੱਲ ਮੰਨ ਲੈਂਦੇ ਤੇ ਉਹਦੇ ਆਖੇ 5 ਪਿੰਡ ਹੀ ਦੇ ਦਿੰਦਾ, ਸੁਲ੍ਹਾ ਸਫਾਈ ਹੋ ਜਾਂਦੀ, 4 ਦਿਨ ਸੌਖੇ ਕੱਟੇ ਜਾਂਦੇ। ਮਰ ਤਾਂ ਫਿਰ ਵੀ ਜਾਣਾ ਹੀ ਸੀਗਾ, ਪਰ ਝਗੜਾ ਕਰਕੇ ਕਿੰਨੀ ਕਲੇ ਪਾ ਕੇ ਵੇਖੋ, ਇੰਡੀਆ ਦਾ ਜਿੰਨਾ ਨੁਕਸਾਨ ਉਹਨਾਂ ਬੰਦਿਆਂ ਨੇ ਕੀਤਾ, ਅੱਜ ਤੱਕ ਉਹ ਫਿਰ ਉਸ ਲੈਂਡ ਤੇ ਨਹੀਂ ਆ ਸਕੇ। ਇਹ ਜਿਹੜੀ ਸੋਨੇ ਦੀ ਚਿੜੀਆ ਸੀਗੀ, ਉਹ ਚਿੜੀਆ ਨੂੰ ਉਹੀ ਉਡਾ ਗਿਆ, ਦੁਰਯੋਧਨ ਹੀ। ਜਿੰਨੀ ਵਿਦਵਤਾ ਸੀ, ਜਿੰਨੇ ਵਿਦਵਾਨ ਸੀ, ਜਿੰਨੀ ਸਾਇੰਸ ਸੀਗੀ, ਹਸਤੀਨਾਪੁਰ ਦੇ ਵਿੱਚ ਕਿਹਾ ਸੋਹਣਾ ਮਹੱਲ ਸੀਗਾ, ਉਹ ਸਭ ਖਤਮ ਹੋ ਗਿਆ। ਜਿੰਨਾ ਪੈਸਾ ਸੀ ਸਾਰਾ ਬਰਬਾਦ ਹੋ ਗਿਆ ਤੇ ਵਿਰੋਧੀਆਂ ਦਾ ਜ਼ੋਰ ਪੈ ਗਿਆ। ਜਦ ਝਗੜਾ ਹੋਣ ਤੋਂ ਸਭ ਕੁਝ ਉੱਜੜ ਪੁੱਜੜ ਗਿਆ, ਬਾਹਰਲੇ ਬੰਦੇ ਆ ਕੇ ਲੁੱਟ ਕੇ ਲੈ ਗਏ, ਉਹਨਾਂ ਦਾ ਦਾਅ ਲੱਗ ਗਿਆ। ਫਿਰ ਇਹ ਸਾਰਾ ਇੰਡੀਆ ਗੁਲਾਮ ਅੱਜ ਤੱਕ ਉਸੇ ਤਰ੍ਹਾਂ ਹੀ ਹੈ। ਇਸ ਲਈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭਾਈ ਭਰਾਵਾਂ ਨਾਲ ਕਾਹਦਾ ਝਗੜਾ। ਸੋ ਜਿਹੜੇ ਭਰਾ ਮਾਤਾ ਦੇ ਕੋਲ ਉਹਦੇ ਗੋਡੇ ਕੋਲ ਬੈਠ ਕੇ ਚੁੱਲ੍ਹੇ ਦੇ ਕੋਲ ਇੱਕੋ ਜਗ੍ਹਾ ਤੇ ਰੋਟੀ ਖਾਂਦੇ ਤੇ ਬਾਅਦ ਵਿੱਚ ਪਤਾ ਨਹੀਂ ਕੀ ਹੋ ਜਾਂਦਾ। ਮਾਇਆ ਕੈਸੀ ਪ੍ਰਬਲ ਹੈ। ਜਿਹੜੇ ਗੁਰਮੁਖ ਨੇ, ਕੀਰਤਨ ਸੁਣਨ ਵਾਲੇ ਨੇ, ਬਾਣੀ ਦੇ ਲੜ ਲੱਗੇ ਹੋਏ ਨੇ, ਉਹ ਕਦੀ ਝਗੜਾ ਨਹੀਂ ਕਰਦੇ। ਮਾਰੇ ਕਹਿੰਦੇ ਨੇ, ਵੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਦੇ। ਜਿਹੜੇ ਗੁਰਮੁਖ ਬਣ ਕੇ ਹਰੀ ਦੀ ਬਾਣੀ ਦਾ ਕੀਰਤਨ ਸੁਣਦੇ ਨੇ, ਉਹਨਾਂ ਦੇ ਮਨ ਵਿੱਚੋਂ ਵੈਰ ਵਿਰੋਧ ਮਿਟ ਜਾਂਦਾ ਹੈ। ਪਰ ਕਿੰਨੀ ਹਾਸੇ ਵਾਲੀ ਗੱਲ ਹੈ ਵੀ ਜਿੱਥੇ ਕੀਰਤਨ ਦੀ ਜਗ੍ਹਾ ਹੁੰਦੀ, ਕਈ ਵਾਰੀ ਉੱਥੇ ਵੀ ਗੋਲਕਾਂ ਤੋਂ ਝਗੜੇ ਖੜੇ ਹੋ ਜਾਂਦੇ।
ਪਾਰਟੀ ਬਾਜੀ ਚੋਣਾਂ ਪ੍ਰਬੰਧ ਤੋਂ ਬਹੁਤ ਦੁਨੀਆ ਝਗੜਦੀ ਹੈ। ਸਤਿਗੁਰੂ ਰਹਿਮਤ ਕਰਨ ਤੇ ਇਸ ਲਈ ਮਹਾਰਾਜ ਕਹਿੰਦੇ ਵੀ ਉਹਨਾਂ ਦਾ ਕੁਛ ਨਹੀਂ ਬਣਦਾ। ਉਹ ਲੋਕ ਮਿੱਟੀ 'ਚ ਜਿੰਨੇ ਮਰਜ਼ੀ ਵੱਡੇ ਹੋਣ, ਝਗੜੇ ਕਰਨ ਵਾਲੇ, ਰਾਵਣ ਮਿਲ ਗਿਆ ਮਿੱਟੀ 'ਚ, ਹਰਨਾਕਸ਼ ਮਿਲ ਗਿਆ, ਛੋਟੀ ਨਿੱਕੀ ਜੀ ਗੱਲ ਸੀ। ਹਰਨਾਕਸ਼ ਆਪ ਦਾ ਨਾਮ ਜਪਾਉਣਾ ਚਾਹੁੰਦਾ, ਪ੍ਰਹਿਲਾਦ ਕਹਿੰਦਾ ਮੈਂ ਪ੍ਰਭੂ ਦਾ ਨਾਮ ਜਪਣਾ। ਇੱਥੋਂ ਹੀ ਝਗੜਾ ਪੈ ਗਿਆ। ਰਾਵਣ ਸੀਤਾ ਨੂੰ ਵਾਪਸ ਕਰ ਦਿੰਦਾ ਤਾਂ ਇੱਜ਼ਤ ਵੀ ਬਣੀ ਰਹਿੰਦੀ, ਸਭ ਕੁਝ ਹੀ ਸਹੀ ਰਹਿੰਦਾ। ਤੇ ਇਸ ਲਈ ਜਿਹੜਾ ਕੰਸ, ਉਹਨੇ ਸਗੀ ਭੈਣ ਦੀ ਬੇਦਬੀ ਕੀਤੀ, ਦੋਤਰੇ ਦੇ ਪਿੱਛੇ ਪੈ ਗਿਆ, ਝਗੜਾ ਖੜਾ ਹੋ ਗਿਆ, ਬਰਬਾਦੀ ਹੋਈ। ਤਾਂ ਇਸ ਤਰੀਕੇ ਦੇ ਨਾਲ ਔਰੰਗਜ਼ੇਬ ਨੇ ਮਹਾਰਾਜ ਨਾਲ ਝਗੜਾ ਖੜਾ ਕੀਤਾ ਤੇ ਵੇਖੋ ਤੋ ਸਭ ਕੁਝ ਹੀ ਉਸ ਦਾ ਖਤਮ ਹੋ ਗਿਆ। ਕਿਉਂ ਇਨਸਾਨ ਜਿਹੜੇ ਨੇ ਅੱਜ ਤੱਕ ਉਹਨਾਂ ਦਾ ਕੁਛ ਨਹੀਂ ਬਣਿਆ, ਉਹ ਮਿੱਟੀ 'ਚ ਰਲ ਮਿਲ ਜਾਂਦੇ। ਮਿੱਟੀ ਨਾਲ ਪੇਟ ਘਸਾ ਕੇ ਚੱਲਣ ਵਾਲੇ ਸੱਪ, ਚੂਹੇ ਆਦਿਕ ਟੇਡੀਆਂ ਜੂਨਾਂ ਵਿੱਚ ਚਲੇ ਜਾਂਦੇ ਹਨ। ਇਸੇ ਪ੍ਰਕਾਰ ਝੁਰ ਝੁਰ ਚੋਖਾ ਮਾਟੀ ਰਲ ਜਾਏ। ਜਿਨ੍ਹਾਂ ਨੇ ਪਦਾਰਥਾਂ ਦੀ ਨਾਮ ਪ੍ਰਾਪਤੀ ਵੇਖ ਕੇ ਝੋਰਿਆਂ 'ਚ ਝੂਰਦੇ ਰਹਿਣ ਨੂੰ ਝੱਕ ਮਾਰਨਾ ਵਿਅਰਥ ਸਮਝ ਲਿਆ, ਉਹ ਮਾਟੀ ਭੂਮਾ ਨੂੰ ਬ੍ਰਹਮ ਦੇ ਸਰੂਪ 'ਚ ਰਲ ਜਾਂਦੇ ਹਨ। ਇਸੇ ਤਰ੍ਹਾਂ ਝੁਰ ਝੁਰ ਝੱਕ ਮਾਟੀ ਰਲ ਜਾਏ। ਜੋ ਸਾਰਿਆਂ ਦੇ ਚਰਨਾਂ ਦੀ ਮਿੱਟੀ ਭਾਵ ਧੂੜ 'ਚ ਰਲ ਜਾਂਦੇ, ਉਹ ਚੁਰਾਉਣ ਵਾਲੇ ਚੋਰੀਆਂ ਨੂੰ ਵਿਅਰਥ ਸਮਝ ਲੈਂਦੇ, ਭਾਵ ਸਾਰੇ ਚੋਰੀਆਂ ਤੋਂ ਰਹਿਤ ਹੋ ਜਾਂਦੇ ਹਨ। ਕਾਲ ਨ ਜਪੈ ਹਰ ਗੁਣ ਗਾਏ। ਪੁਰਖ ਹਰੀ ਪਰਮੇਸ਼ਰ ਦੇ ਗੁਣ ਗਾਉਣ ਵਿੱਚ ਸਮਾਂ ਬਤੀਤ ਕਰਦੇ, ਉਹਨਾਂ ਨੂੰ ਕਾਲ ਨਹੀਂ ਦਬਾਉਂਦਾ, ਨਹੀਂ ਚੰਬੜਦਾ। ਕਾਲ ਅਭਾਵ ਰੂਪ ਧਨੁਖ ਲੈ ਕੇ ਨਾਸ਼ ਨਹੀਂ ਕਰਦਾ, ਮ੍ਰਿਤੂ ਰੂਪ ਤੀਰ ਨਹੀਂ ਮਾਰ ਸਕਦਾ ਹੈ। ਪਾਏ ਨਾਮ ਨਿਧ ਹਰ ਕੈ ਨਾਏ। ਜਿਨ੍ਹਾਂ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਿਆ, ਉਹਨਾਂ ਨੇ 9 ਨਿਧੀਆਂ ਪਾਉਣਾ ਕੀਤੀਆਂ ਹਨ। ਜਿਹੜੀ ਮਾਤਾ, ਜਿਹੜੀ ਭੈਣ, ਜਿਹੜੀ ਬੀਬੀ ਆਟਾ ਗੁੰਨਦੀ ਆ, ਵਾਹਿਗੁਰੂ ਕਹਿੰਦੀ, ਜਪਜੀ ਸਾਹਿਬ ਦਾ ਪਾਠ ਕਰਦੀ, ਪ੍ਰਸ਼ਾਦਾ ਪਕਾਉਂਦੀ ਆ, ਉਹਦੇ ਘਰ ਚੋਂ ਕਦੀ ਰੋਟੀਆਂ ਦੀ ਥੁੱਕ ਨਹੀਂ ਆ ਸਕਦੀ, ਉਹਦੀ ਰਸੋਈ ਚੋਂ ਕਦੀ ਕੋਈ ਚੀਜ਼ ਨਹੀਂ ਮੁੱਕ ਸਕਦੀ। ਬਸ ਇਹੀ ਕਾਰਨ ਹੈ ਕਿ ਆਪਾਂ ਨਿਤਨੇਮ ਨਹੀਂ ਕਰਦੇ, ਨਾਮ ਤੋਂ ਵਾਂਝੇ ਆ। ਮਾਲਾ ਫੜ ਕੇ ਮੂਲ ਮੰਤਰ ਦਾ ਪਾਠ ਕਰ, ਅੰਦਰ ਬਾਹਰ ਤੁਰਦੇ ਫਿਰਦੇ ਆ, ਕੰਮ ਕਰਦੇ ਆ। ਤੋ 9 ਨਿਧੀਆਂ ਦਾ ਵਾਸਾ ਉੱਥੇ ਹੁੰਦਾ ਹੈ ਜਿੱਥੇ ਪ੍ਰਭੂ ਦਾ ਸਿਮਰਨ ਹੈ। ਪ੍ਰਭ ਕੈ ਸਿਮਰਨ ਤੇ ਰਿੱਧ ਸਿੱਧ 9 ਨਿਧ। ਰਿੱਧ ਅੰਨ ਦੀ ਟੋੜਤਾ, ਸਿੱਧ ਸ਼ਕਤੀ ਤੇ 9 ਨਿਧੀਆਂ ਦਾ ਵਾਸਾ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਜੈ ਹਰਿ ਸਿਮਰਨ ਭਇਆ ਤੇ ਉਪਾਧ ਗਤ ਕੀਨੀ। ਜਿੱਥੇ ਝਗੜਾ ਵੀ ਹੁੰਦਾ ਹੋਵੇ ਉੱਥੇ ਵੀ ਸਿਮਰਨ ਕਰਨ ਤੋਂ ਝਗੜਾ ਖਤਮ ਹੋ ਜਾਂਦਾ ਹੈ। ਆਪੇ ਦੇਵੈ ਸਹਿਜ ਸੁਭਾਏ। ਜਾਂ ਨਵਦਾ ਭਗਤੀ ਰੂਪ ਨਿਧੀ ਉਹਨਾਂ ਨੇ ਪਾ ਲਈ ਹੈ। ਇਸੇ ਪ੍ਰਕਾਰ ਪਾਏ ਨਾਮ ਨਿਧ ਹਰ ਕੈ ਨਾਏ। ਜਿਨ੍ਹਾਂ ਪਰਮੇਸ਼ਰ ਦੇ ਨਾਮ ਨੂੰ ਜਪਿਆ, ਉਹਨਾਂ 9 ਗੋਲਕਾਂ ਦੇ ਆਧਾਰ ਉੱਪਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਪਾਉਣਾ ਕੀਤੀ ਹੈ। ਆਪੇ ਦੇਵੈ ਸਹਿਜ ਸੁਭਾਏ। ਉਹ ਗੁਰਮੁਖ ਪੁਰਖ ਜਾਣਦੇ ਨੇ ਕਿ ਪਰਮੇਸ਼ਰ ਆਪ ਹੀ ਸਤਿਗੁਰ ਰੂਪ ਹੋ ਕੇ ਨਾਮ ਦਾ ਉਪਦੇਸ਼ ਦਿੰਦਾ ਤੇ ਆਪ ਹੀ ਆਪਣੇ ਸਰੂਪ ਦਾ ਸੁਤੇ ਸਿੱਧ ਪ੍ਰਕਾਸ਼ ਕਰ ਦਿੰਦਾ ਹੈ। ਆਪ ਹੀ ਸ਼ਾਂਤੀ ਸੁਭਾ ਦਿੰਦਾ, ਆਪ ਹੀ ਸੁਦੇ ਸਿੱਧ ਸੁਭਾਵ ਗੁਰਾਂ ਦੁਆਰਾ ਨਾਮ ਦਿੰਦਾ ਹੈ। ਇਸ ਲਈ ਗੁਰੂ ਚਰਨਾਂ 'ਚ ਅਰਦਾਸ ਕਰੀਏ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਚੋੜੀਆ। ਮਨ ਲੋਚੈ ਬਰਿਆਈਆਂ ਗੁਰ ਸ਼ਬਦੀ, ਇਹੋ ਮਨ ਹੋੜੀਆ। ਮਹਾਰਾਜ ਸਾਡਾ ਮਨ ਬਰਿਆਈਆਂ ਲੋਚਦਾ ਹੈ, ਸਾਡਾ ਚਿੱਤ ਆਪ ਦੇ ਚਰਨਾਂ ਨਾਲ ਜੁੜ ਜਾਏ ਤੇ ਅਸੀਂ ਆਪ ਦਾ ਸਿਮਰਨ ਕਰਦੇ ਰਹੀਏ, ਜਿਸ ਕਰਕੇ ਸਾਨੂੰ ਆਪ ਦੀ ਭਗਤੀ, ਆਪ ਦੇ ਘਰੋਂ ਸੋ ਨਾਮ ਦੀ ਦਾਤ, ਸ਼ਰਧਾ ਵਿਸ਼ਵਾਸ ਪ੍ਰਾਪਤ ਹੋਵੇ ਜੀ। ਭੁੱਲ ਚੁੱਕ ਖਿਮਾ ਕਰੋਗੇ ਤੂੰ ਸਮਤ ਬਖਸ਼ੋ। ਪਾਏ ਨਾਮ ਨਿਧ ਹਰ ਕੈ ਨਾਏ। ਆਪੇ ਦੇਵੈ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ